ਸਾਰਿਆਂ ਨੂੰ ਸਭ ਤੋਂ ਪਹਿਲੇ ਤਾਂ ਫਤਿਹ ਬੁਲਾਉਣ ਦੀ ਬੇਨਤੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਰਾਜਾ ਸਿੰਘ ਜੀ ਦਾ ਕਿ ਉਹਨਾਂ ਨੇ ਇਹ ਜੋ ਮੀਟਿੰਗ ਦਾ ਸਿਲਸਿਲਾ ਹੈ ਕਲਾਸ ਦਾ ਇਹ ਸ਼ੁਰੂ ਕੀਤਾ ਹੈ। ਸਾਥ ਦੇ ਨਾਲ ਜੀਤ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤੇ ਸਾਨੂੰ ਇਸ ਤਰ੍ਹਾਂ ਕਰਵਾ ਰਹੇ ਨੇ ਆਪ ਜੀ ਦੇ ਨਾਲ। ਮੇਰਾ ਅੱਜ ਦਾ ਵਿਸ਼ਾ ਹੈ ਜੀ ਅਰਦਾਸ। ਮੈਂ ਇਸ ਵਿਸ਼ੇ ਦੇ ਉੱਪਰ ਆਪ ਜੀ ਦੇ ਨਾਲ ਵਿਚਾਰਾਂ ਕਰਾਂਗਾ। ਮੇਰੀ ਇੰਨੀ ਆਪ ਸਭ ਮੇਰੇ ਤੋਂ ਸੀਨੀਅਰ ਬੈਠੇ ਹੋ ਜੀ, ਮਹਾਨ ਵਿਦਵਾਨ ਹੋ, ਗੁਰਸਿੱਖ ਹੋ। ਮੈਂ ਇੰਨਾ ਲਾਇਕ ਨਹੀਂ ਕਿ ਮੈਂ ਆਪ ਜੀ ਨੂੰ ਕੁਝ ਵਿਚਾਰਾਂ ਕੁਝ ਨਵੀਆਂ ਦੇ ਸਕਦਾ, ਬਸ ਰਿਮਾਈਂਡ ਹੀ ਕਰਾ ਸਕਦਾ ਤੁਹਾਨੂੰ, ਤੇ ਇਹੀ ਕੋਸ਼ਿਸ਼ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ। ਅਰਦਾਸ, ਸਭ ਤੋਂ ਪਹਿਲਾਂ ਤਾਂ ਅਰਦਾਸ ਹੈ ਕੀ? ਅਰਦਾਸ ਦੀ ਪਰਿਭਾਸ਼ਾ ਕੀ ਹੈ? ਇੱਕ ਸਾਖੀ ਇਸਲਾਮ ਦੇ ਵਿੱਚ ਸੁਣਨ ਨੂੰ ਮਿਲਦੀ ਹੈ। ਚਰਾਈਆ ਬੱਕਰੀਆਂ ਚਰਾ ਤੇ ਦੁਪਹਿਰ ਦਾ ਵੇਲਾ ਸੀ, ਜਦੋਂ ਉਹ ਬੱਕਰੀਆਂ ਚਰਾ ਰਿਹਾ, ਚਰਾਉਂਦਾ ਚਰਾਉਂਦਾ ਆਪ ਕਿਸੇ ਦਰਖਤ ਦੀ ਛਾਂ ਬੈਠ ਗਿਆ ਤੇ ਆਪਣੀਆਂ ਸੋਚਾਂ ਦੇ ਵਿੱਚ ਬੈਠ ਕੇ ਆਪਣੇ ਮਨ ਦੇ ਵਿੱਚ ਵਿਚਾਰਾਂ ਕਰਨ ਲੱਗਾ ਕਿ ਹੇ ਅੱਲਾ, ਹੇ ਪ੍ਰਮਾਤਮਾ, ਜੇ ਕਿਤੇ ਤੂੰ ਮੇਰੇ ਸਾਹਮਣੇ ਆ ਜਾਵੇਂ, ਜੇ ਕਿਤੇ ਤੂੰ ਮੈਨੂੰ ਮਿਲ ਜਾਵੇਂ, ਜੇ ਕਿਤੇ ਇੱਥੇ ਤੂੰ ਮੇਰੇ ਸਾਹਮਣੇ ਪ੍ਰਗਟ ਹੋ ਜਾਵੇਂ, ਤਾਂ ਮੈਂ ਤੇਰੀ ਦੀ ਇਤਨੀ ਕੁ ਸੇਵਾ ਕਰਾਂ, ਮੈਂ ਤੇਰਾ ਇਤਨਾ ਕੁ ਧਿਆਨ ਰੱਖਾਂ ਕਿ ਸ਼ਾਇਦ ਹੀ ਦੁਨੀਆ ਦੇ ਵਿੱਚ ਕਿਸੇ ਨੇ ਰੱਖਿਆ ਹੋਵੇ। ਤੈਨੂੰ ਆਪਣੀਆਂ ਬੱਕਰੀਆਂ ਦਾ ਦੁੱਧ ਪਿਆਵਾਂ, ਤੇਰੇ ਹੱਥ ਪੈਰ ਘੁੱਟਾਂ, ਤੇਰੇ ਕੱਪੜੇ ਸਾਰੇ ਧੋ ਧੋ ਕੇ ਸਾਫ਼ ਕਰਾਂ, ਮੈਂ ਤੇਰਾ ਬਹੁਤ ਧਿਆਨ ਰੱਖਾਂ ਸੱਚੇ ਪਾਤਸ਼ਾਹ। ਤੇ ਮੈਨੂੰ ਤੂੰ ਦਿਖ ਜਾਵੇਂ ਤਾਂ ਮੈਂ ਤੇਰਾ ਬੜਾ ਅਹਿਸਾਨਮੰਦ ਹੋਵਾਂਗਾ ਕਿਤੇ ਤੂੰ ਮੈਨੂੰ ਨਜ਼ਰੀ ਪੈ। ਤਾਂ ਉਸੇ ਵਕਤ ਹਜ਼ਰਤ ਮੁਹੰਮਦ ਜੀ ਉਸ ਪਾਸੋਂ ਗੁਜ਼ਰ ਰਹੇ ਸਨ, ਤਾਂ ਜਦੋਂ ਉਹਨਾਂ ਉਸ ਚਰਾਈ ਦੀਆਂ ਗੱਲਾਂ ਸੁਣੀਆਂ ਤਾਂ ਬੜੇ ਹੈਰਾਨ ਹੋਏ ਅਤੇ ਕ੍ਰੋਧਿਤ ਹੋ ਗਏ ਤੇ ਉਸਨੂੰ ਡਾਂਟਣ ਲੱਗੇ ਕਿ ਉਸ ਮਹਾਨ ਅੱਲਾ ਨੂੰ, ਉਸ ਪਰਵਰਦਿਗਾਰ ਨੂੰ ਤੇ ਤੇਰੇ ਬੱਕਰੀਆਂ ਦੀ ਦੁੱਧ ਦੀ ਕਿਹੜੀ ਘਾਟ ਹੈ? ਉਸਨੂੰ ਕਿਹੜੀ ਕਮੀ ਹੈ ਜੋ ਤੂੰ ਪੂਰੀ ਕਰੇਗਾ? ਇਹੋ ਜਿਹੀਆਂ ਹੋਛੀਆਂ ਕੋਸ਼ਿਸ਼ਾਂ ਨਾ ਕਰਿਆ ਕਰ, ਇਹੋ ਜਿਹੀਆਂ ਸੋਚਾਂ ਨਾ ਰੱਖਿਆ ਕਰ। ਤਾਂ ਉਹ ਚੁਰਾਹਾ ਬੜਾ ਨਿਰਾਸ਼ ਹੋਇਆ। ਕਹਿੰਦੇ ਹਨ ਉਸ ਸਮੇਂ ਹਜ਼ਰਤ ਮੁਹੰਮਦ ਜੀ ਨੂੰ ਆਕਾਸ਼ਬਾਣੀ ਹੋਈ, ਉੱਪਰੋਂ ਸੰਦੇਸ਼ ਆਇਆ ਕਿ ਅੱਜ ਤੂੰ ਆਪਣੀ ਇਸ ਜੋ ਤੂੰ ਕਰਕੇ ਆਇਆ ਹੈ, ਜੋ ਗਲਤੀ ਕਰਕੇ ਆਇਆ ਹੈ, ਇਹਦੇ ਨਾਲ ਤੂੰ ਆਪਣਾ ਮੇਰਾ ਇੱਕ ਭਗਤ ਜੋ ਹੈ ਉਹ ਮੇਰੇ ਤੋਂ ਦੂਰ ਕਰ ਦਿੱਤਾ ਹੈ। ਤੂੰ ਉਸ ਦੀਆਂ ਗੱਲਾਂ ਤਾਂ ਸੁਣ ਲਈਆਂ, ਤੂੰ ਇਹ ਤਾਂ ਸੁਣ ਲਿਆ ਕਿ ਉਹ ਮੈਨੂੰ ਦੁੱਧ ਪਿਆਉਣਾ ਚਾਹੁੰਦਾ ਹੈ, ਮੇਰੀਆਂ ਲੱਤਾਂ ਬਾਹਾਂ ਘੁੱਟਣਾ ਚਾਹੁੰਦਾ ਹੈ, ਮੇਰੇ ਕੱਪੜੇ ਧੋਣਾ ਚਾਹੁੰਦਾ ਹੈ, ਪਰ ਜਿਹੜੀ ਉਹਦੀ ਅਸਲ ਭਾਵਨਾ ਸੀ, ਜਿਹੜਾ ਉਹਦਾ ਸੇਵਾ ਦਾ ਸੰਕਲਪ ਜੋ ਮੇਰੇ ਪ੍ਰਤੀ ਰੱਖਦਾ ਸੀ, ਅੱਜ ਤੂੰ ਉਹ ਮੇਰੇ ਸੇਵਾ ਦੇ ਸੰਕਲਪ ਨੂੰ ਉਹਦੇ ਮਨ ਦੇ ਵਿੱਚੋਂ ਮਿਟਾ ਦਿੱਤਾ ਹੈ। ਸੋ ਅਸਲ ਗੱਲ ਇਹ ਹੈ ਇਹਦੇ ਵਿੱਚੋਂ ਜੋ ਸਾਖੀ ਵਿੱਚੋਂ ਨਿਕਲ ਕੇ ਬਾਹਰ ਆਉਂਦੀ ਹੈ ਕਿ ਅਰਦਾਸ ਮਨੁੱਖ ਦੀ ਇੱਕ ਭਾਵਨਾ ਹੈ, ਇੱਕ ਫੀਲਿੰਗ ਹੈ, ਇੱਕ ਇਮੋਸ਼ਨ ਹੈ। ਇਹ ਬੋਲਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਬੋਲੀ ਦੇ ਨਾਲ ਇਹਨੂੰ ਤੁਸੀਂ ਲਿਖ ਨਹੀਂ ਸਕਦੇ, ਪੜ੍ਹ ਨਹੀਂ ਸਕਦੇ। ਇਹ ਅਸਲ ਦੇ ਵਿੱਚ ਆਤਮਾ ਦੀ ਬਹਿਬਲਤਾ ਹੈ, ਇਹ ਮਨੁੱਖ ਦੀ ਨਿਰਬਲਤਾ ਦਾ ਅਹਿਸਾਸ ਹੈ। ਇਹ ਪ੍ਰਮਾਤਮਾ ਦੇ ਨਾਲ ਜੁੜਨ ਦਾ, ਮਿਲਣ ਦਾ ਇੱਕੋ ਇੱਕ ਜਰੀਆ ਮਨੁੱਖ ਦੇ ਕੋਲ, ਜੋ ਮਹਿਸੂਸ ਕਰਦਾ ਹੈ ਆਪਣੇ ਨਾਲ ਪ੍ਰਮਾਤਮਾ ਦਾ ਉਹ ਰਿਸ਼ਤਾ, ਜਿਹਦੇ ਵਿੱਚ ਉਹ ਇਹ ਜਾਣਦਾ ਹੈ ਕਿ ਉਹ ਕਿੰਨਾ ਨਿਰਬਲ ਹੈ, ਕਿ ਉਹਦੇ ਕੋਲ ਕੋਈ ਚਾਰਾ ਨਹੀਂ ਹੈ, ਕੋਈ ਵਸ ਨਹੀਂ ਹੈ ਉਹਦੇ ਕੋਲ। ਸਿਰਫ ਪ੍ਰਮਾਤਮਾ ਹੀ ਹੈ ਜੋ ਬਲ ਰੱਖਦਾ, ਜਿਹਦੇ ਹੱਥ ਵਸ ਹੈ, ਜੋ ਸਭ ਚੀਜ਼ਾਂ ਦਾ, ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ। ਬਾਣੀ ਵਿੱਚ ਆਪਾਂ ਤੁਕ ਪੜ੍ਹਦੇ ਹਾਂ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਜੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜੋ ਹਰ ਭਾਵੈ ਤਿਉ ਰੱਖੀਐ, ਮੇਰੇ ਹਰ ਜੀਉ ਸਭ ਕੋ ਤੇਰੇ ਵਸ। ਉਸ ਪ੍ਰਮਾਤਮਾ ਦੇ ਹੱਥ ਵਸ ਹੈ ਸਾਰਾ ਕੁਝ। ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਈਏ, ਜਿੰਨਾ ਮਰਜ਼ੀ ਜ਼ੋਰ ਆਪਣੀ ਅਜ਼ਮਾਇਸ਼ ਕਰਕੇ ਵੇਖ ਲਈਏ, ਪਰ ਆਪਣੀ ਮਰਜ਼ੀ ਦੇ ਨਾਲ, ਆਪਣੇ ਬਲ ਦੇ ਨਾਲ ਅਸੀਂ ਇੱਕ ਪੱਤਾ ਵੀ ਨਹੀਂ ਹਿਲਾ ਸਕਦੇ। ਜਦ ਤੱਕ ਉਹਦੀ ਇੱਛਾ ਨਹੀਂ, ਉਹਦੀ ਰਜ਼ਾ ਨਹੀਂ, ਤਦ ਤੱਕ ਮਨੁੱਖ ਬੇਵਸ ਹੈ, ਕੁਝ ਵੀ ਇਸ ਦੇ ਹੱਥ ਵਸ ਨਹੀਂ ਹੈ। ਜਦੋਂ ਇਹ ਬਾਣੀ ਦੀਆਂ ਤੁਕਾਂ ਪੜ੍ਹਦੇ ਹਨ ਤਾਂ ਤਿੰਨ ਮੁੱਖ ਭਾਵਨਾਵਾਂ ਇਸ ਸੰਦਰਭ ਦੇ ਵਿੱਚੋਂ ਬਾਹਰ ਨਿਕਲ ਕੇ ਆਉਂਦੀਆਂ ਹਨ। ਪਹਿਲੀ ਤਾਂ ਇਹ ਹੈ ਕਿ ਕਿਉਂਕਿ ਮਨੁੱਖ ਦੇ ਹੱਥ ਵਸ ਕੁਝ ਨਹੀਂ ਹੈ, ਮਨੁੱਖ ਕੁਝ ਨਹੀਂ ਕਰ ਸਕਦਾ, ਤਾਂ ਮਨੁੱਖ ਦੇ ਅੰਦਰ ਹੰਕਾਰ ਦੀ ਕੋਈ ਜਗ੍ਹਾ ਬਣਦੀ ਨਹੀਂ। ਜੇ ਆਪਾਂ ਥਿਓਰੈਟੀਕਲੀ ਸਿੱਧਾ ਇਹਨੂੰ ਅਪਰੋਚ ਕਰੀਏ ਤਾਂ ਆਪਾਂ ਇਸ ਗੱਲ ਤੇ ਪਹੁੰਚਦੇ ਹਾਂ ਕਿ ਜੇ ਮਨੁੱਖ ਦੇ ਇਮੋਸ਼ਨਸ ਨੂੰ ਬਾਹਰ ਕੱਢ ਦਈਏ ਇੱਕ ਮਿੰਟ ਦੇ ਲਈ, ਤਾਂ ਥਿਓਰੈਟੀਕਲ
ਇਸ ਗੱਲ ਦੀ ਅਜ਼ੰਪਸ਼ਨ ਲੈ ਕੇ ਕਿ ਮਨੁੱਖ ਦੇ ਹੱਥ ਵੱਸ ਕੁਝ ਨਹੀਂ ਹੈ, ਤਾਂ ਸਿੱਧੀ ਜਿਹੜੀ ਅਜ਼ੰਪਸ਼ਨ ਪਹਿਲੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਉਹ ਇਹ ਹੈ ਕਿ ਮਨੁੱਖ ਨੂੰ ਫਿਰ ਨਿਮਰਤਾ ਦਾ ਰਾਹ ਫੜਨਾ ਚਾਹੀਦਾ ਹੈ, ਕਿਉਂਕਿ ਸਾਡੇ ਹੱਥ ਵੱਸ ਕੁਝ ਨਹੀਂ ਹੈ। ਇਹ ਪਹਿਲੀ ਜਿਹੜੀ ਇਹਦੇ ਵਿੱਚੋਂ ਰਿਜ਼ਲਟ ਹੈ ਉਹ ਨਿਕਲ ਕੇ ਬਾਹਰ ਆਉਂਦਾ ਹੈ ਕਿ ਮਨੁੱਖ ਨੂੰ ਨਿਮਰ ਹੋ ਜਾਣਾ ਚਾਹੀਦਾ ਹੈ, ਉਹਦੇ ਅੰਦਰ ਨਿਮਰਤਾ ਦਾ ਭਾਵ ਆ ਜਾਣਾ ਚਾਹੀਦਾ ਹੈ। ਫਿਰ ਹੀ ਅਰਦਾਸ ਹੋ ਸਕਦੀ ਹੈ, ਜਦੋਂ ਇਹ ਮਹਿਸੂਸ ਕਰ ਲਏਗਾ ਮਨੁੱਖ ਕਿ ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਹੱਥ ਵੱਸ ਕੁਝ ਨਹੀਂ ਹੈ। ਦੂਸਰਾ ਭਾਵ ਜਿਹੜਾ ਇਸ ਸੰਦਰਭ ਦੇ ਵਿੱਚੋਂ ਨਿਕਲ ਕੇ ਬਾਹਰ ਆਉਂਦਾ ਹੈ ਉਹ ਇਹ ਹੈ ਕਿ ਸਿਦਕ ਹੋਣਾ ਚਾਹੀਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੁਇ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਿ ਹੋਰ ਕੋਈ ਚਾਰੇ ਦੀ, ਹੋਰ ਕਿਸੇ ਸਹਾਰੇ ਦੀ, ਹੋਰ ਕਿਸੇ ਵੀ ਮਨੁੱਖ ਦੀ ਜਾਂ ਕਿਸੇ ਬਾਦਸ਼ਾਹ ਦੀ ਮੈਨੂੰ ਜ਼ਰੂਰਤ ਨਹੀਂ ਹੈ। ਇਹ ਸੱਚਾ ਪਾਤਸ਼ਾਹ, ਮੈਨੂੰ ਸਿਰਫ ਤੇਰੀ ਲੋੜ ਹੈ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਇਹੋ ਜਿਹਾ ਸਿਦਕ, ਇਹੋ ਜਿਹਾ ਭਰੋਸਾ ਸਾਨੂੰ ਵਾਹਿਗੁਰੂ ਦੇ ਵਿੱਚ ਹੋਣਾ ਚਾਹੀਦਾ ਹੈ, ਤਾਂ ਹੀ ਸਾਡੀ ਅਰਦਾਸ ਜੋ ਹੈ ਉਹ ਸਫਲ ਹੋ ਸਕੇਗੀ। ਉਸ ਤੋਂ ਬਾਅਦ ਜਿਹੜਾ ਤੀਸਰਾ ਸੰਕਲਪ ਇਸ ਸੰਦਰਭ ਦੇ ਵਿੱਚ ਨਿਕਲਦਾ ਹੈ ਉਹ ਹੈ ਆਤਮ ਸਮਰਪਣ, ਸਰੈਂਡਰ ਕਰਨਾ। ਮੈਂ ਮਹਿਸੂਸ ਕਰਦਾ, ਮੇਰੀ ਆਪਣੀ ਫੀਲਿੰਗ, ਆਪਣੀ ਭਾਵਨਾ ਹੈ ਕਿ ਇਹਨਾਂ ਤਿੰਨਾਂ ਵਿੱਚੋਂ ਆਤਮ ਸਮਰਪਣ, ਸਰੈਂਡਰ ਸਭ ਤੋਂ ਮੁਸ਼ਕਿਲ ਹੈ। ਮਨੁੱਖ ਜਦੋਂ ਤੋਂ ਜਨਮਿਆ ਹੈ, ਸਿਰਫ ਮਨੁੱਖ ਨਹੀਂ, ਮਨੁੱਖ ਦੇ ਪੂਰਵਜ ਵੀ ਲਾ ਲਓ, ਜੇ ਅਸੀਂ 1 ਲੱਖ ਸਾਲ ਪਹਿਲੇ ਤੋਂ ਚਲੇ ਜਾਈਏ ਤਾਂ ਕੁਝ ਪ੍ਰਾਪਤੀਆਂ ਹਨ ਹਿਊਮਨ ਦੀਆਂ, ਬੰਦੇ ਦੀਆਂ ਕੁਝ ਪ੍ਰਾਪਤੀਆਂ ਹਨ। ਅਸੀਂ ਨਿਐਂਡਰਥਲਸ ਤੋਂ ਨਿਕਲੇ ਸੀਗੇ, ਅਸੀਂ ਸੁਸਾਇਟੀਆਂ ਬਣਾਈਆਂ, ਅਸੀਂ ਹੰਟਰ ਗੈਦਰ ਤੋਂ ਅੱਗੇ ਅਸੀਂ ਸੁਸਾਇਟੀਆਂ ਦੇ ਵਿੱਚ ਘਰ ਬਣਾਉਣੇ ਸ਼ੁਰੂ ਕੀਤੇ, ਫਾਰਮਿੰਗ, ਇੰਡਸਟਰੀਅਲ ਰੈਵੋਲੂਸ਼ਨ ਆਇਆ, ਅੱਜ ਅਸੀਂ ਸਾਇੰਸ ਦੇ ਬੜੇ ਚਰਮ ਦੇ ਉੱਪਰ ਪਹੁੰਚੇ ਹੋਏ ਹਾਂ। ਸਾਡੇ ਅੰਦਰ ਬਹੁਤ ਵੱਡਾ ਹੰਕਾਰ ਹੈ ਕਿ ਅਸੀਂ ਬਹੁਤ ਕੁਝ ਕਰੀ ਬੈਠੇ ਹਾਂ, ਤੇ ਇਹ ਹੰਕਾਰ ਸਿਰਫ ਸਾਡੀ ਜਨਰੇਸ਼ਨ ਦਾ ਨਹੀਂ ਹੈ, ਇਹ 1 ਲੱਖ ਸਾਲ ਤੋਂ ਜਿਹੜੀ ਸਾਡੀ ਗਰੋਥ ਹੋਈ ਹੈ, ਸਾਡਾ ਐਵੋਲੂਸ਼ਨ ਹੋਇਆ ਹੈ, ਉਹ ਜਿਹੜਾ ਨਾਲ ਸਾਡੇ ਤੁਰਿਆ ਹੈ, ਉਹ ਹੰਕਾਰ ਸਾਡਾ ਉਹ ਵੀ ਨਾਲ ਚੱਲ ਰਿਹਾ ਹੈ। ਇਸ ਕਰਕੇ ਉਹ ਸਭ ਕੁਝ ਛੱਡ ਕੇ, ਉਸ ਸਭ ਕੁਝ ਦੀ ਜੋ ਹਾਲੇ ਤੱਕ ਬਣਿਆ ਤਿਆਰ ਹੋਇਆ ਸਾਡੇ ਹਿਊਮਨ ਐਵੋਲੂਸ਼ਨ ਦੇ ਵਿੱਚ, ਉਸ ਸਭ ਕੁਝ ਨੂੰ ਨਕਾਰ ਕੇ, ਉਹਦਾ ਸਾਰਾ ਦਾ ਸਾਰਾ ਕ੍ਰੈਡਿਟ ਖੁਦ ਤੋਂ ਦੂਰ ਕਰਕੇ ਸਰੈਂਡਰ ਕਰ ਦੇਣਾ ਕਿ ਸੱਚਾ ਪਾਤਸ਼ਾਹ, ਨਹੀਂ, ਮੈਂ ਨਹੀਂ ਕੀਤਾ ਕੁਝ ਵੀ, ਤੂੰ ਹੀ ਹੈ, ਤੂੰ ਹੀ ਕਰ ਰਿਹਾ ਹੈ ਤੇ ਤੂੰ ਹੀ ਕਰਨਾ ਹੈ। ਇਹ ਬੜਾ ਔਖਾ ਹੈ, ਇਹ ਮੁਸ਼ਕਲ ਹੈ, ਕਿਉਂਕਿ ਜੇ ਤਾਂ ਗੱਲ ਹੋਵੇ ਕਿ 1 ਜਨਰੇਸ਼ਨ ਦਾ ਹੋਵੇ ਜਾਂ 2 ਜਨਰੇਸ਼ਨ ਦਾ ਹੋਵੇ, 4 ਦਾ ਹੋਵੇ ਕਿ ਅਸੀਂ ਇੰਨਾ ਕੁਝ ਕੀਤਾ ਜੀ, ਉਹ ਫਿਰ ਵੀ ਦੂਰ ਕੀਤਾ ਜਾ ਸਕਦਾ। 1 ਲੱਖ ਦਾ 1 ਲੱਖ ਸਾਲ ਦਾ ਐਵੋਲੂਸ਼ਨ ਆਪਣੇ ਅੰਦਰ ਕਿੱਦਾਂ ਬਾਹਰ ਕੱਢ ਸਕਦੇ ਹਾਂ ਅਸੀਂ? ਬੜਾ ਔਖਾ ਹੈ। ਨਾਮ ਦੀ ਬਖਸ਼ਿਸ਼ ਤੋਂ ਬਿਨਾਂ ਇਸ ਹੰਕਾਰ ਨੂੰ ਆਪਣੇ ਅੰਦਰੋਂ ਮਾਰਨਾ ਜਾਂ ਇਸ ਹੰਕਾਰ ਨੂੰ ਆਪਣੇ ਅੰਦਰੋਂ ਕੱਢਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਸਾਡੇ ਉੱਪਰ ਨਹੀਂ ਹੁੰਦੀ, ਉਦੋਂ ਤੱਕ ਐਡਾ ਵੱਡਾ ਹੰਕਾਰ, ਐਡਾ ਪਹਾੜਾਂ ਜਿੱਡਾ ਹੰਕਾਰ ਅੰਦਰੋਂ ਬਾਹਰ ਕੱਢਣਾ ਬੜਾ ਮੁਸ਼ਕਿਲ ਹੈ। ਸੱਚੇ ਪਾਤਸ਼ਾਹ ਸਾਡੇ ਉੱਪਰ ਮਿਹਰ ਕਰਨ ਕਿ ਸਾਡੇ ਉੱਪਰ ਵੀ ਨਾਮ ਦੀ ਬਖਸ਼ਿਸ਼ ਹੋਵੇ ਤੇ ਇਹ ਹੰਕਾਰ ਅਸੀਂ ਆਪਣੇ ਅੰਦਰੋਂ ਦੂਰ ਕਰ ਸਕੀਏ। ਉਸ ਤੋਂ ਬਾਅਦ ਹੁਣ ਜਦੋਂ ਅਸੀਂ ਅਰਦਾਸ ਦੀ ਭਾਵਨਾ ਤੋਂ ਥੋੜਾ ਜਿਹਾ ਵਿਚਾਰਿਆ ਹੈ, ਤਾਂ ਅਸੀਂ ਇਸ ਵਿਚਾਰ ਤੇ ਪਹੁੰਚੀਏ ਕਿ ਸਿੱਖੀ ਦੇ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਸਿੱਖ ਦਾ ਹਰ ਕਾਰਜ, ਹਰ ਕੰਮ, ਹਰ ਸੰਸਕਾਰ ਅਰਦਾਸ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਅਰਦਾਸ ਨਾਲ ਹੀ ਉਸ ਦੀ ਸਮਾਪਤੀ ਹੁੰਦੀ ਹੈ। ਅਸੀਂ ਭਾਣੇ ਵਿੱਚ ਜੀਣ ਵਾਲੇ ਇੱਕ ਸਪੀਸ਼ੀਜ਼ ਹਾਂ, ਮੈਂ ਰਿਲੀਜਨ ਨਹੀਂ ਕਹਾਂਗਾ ਜੀ, ਸਪੀਸ਼ੀਜ਼ ਹਾਂ ਆਪਾਂ, ਇੱਕ ਅਲੱਗ ਸਪੀਸ਼ੀਜ਼ ਹਾਂ ਆਪਾਂ। ਇੱਕ ਅਸੀਂ ਭਾਣੇ ਵਿੱਚ, ਸਾਨੂੰ ਗੁਰੂ ਪਾਤਸ਼ਾਹ ਨੇ ਭਾਣੇ ਵਿੱਚ, ਰਜਾ ਵਿੱਚ ਜੀਣ ਦਾ ਸੰਕਲਪ ਬਖਸ਼ਿਆ ਹੈ, ਤੇ ਅਸੀਂ ਇਸ ਭਾਣੇ ਦੇ ਵਿੱਚ ਹੀ ਰਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਕੇ ਹੀ ਆਪਣਾ ਹਰ ਕੰਮ ਆਰੰਭ ਕਰਦੇ ਹਾਂ ਤੇ ਉਸ ਅੱਗੇ ਅਰਦਾਸ ਕਰਕੇ ਹੀ ਸਮਾਪਤੀ ਕਰਦੇ ਹਾਂ। ਉਸ ਤੋਂ ਬਿਨਾਂ ਸਾਡਾ ਕੋਈ ਹੈ ਹੀ ਨਹੀਂ, ਸਾਡਾ ਵਾਲੀ ਵਾਰਸ ਹੀ ਨਹੀਂ ਹੈ ਜੀ ਕੋਈ ਉਸ ਤੋਂ ਬਿਨਾਂ, ਤੇ ਅਸੀਂ ਕਿਹਦੇ ਅੱਗੇ ਅਰਦਾਸ ਕਰਨੀ ਹੈ? ਇਸ ਕਰਕੇ ਸਿੱਖ ਦਾ ਸੰਕਲਪ ਸਿਰਫ ਅਰਦਾਸ ਹੈ। ਹੁਣ ਆਪਾਂ ਅਰਦਾਸ ਦੇ ਰੂਪ ਵੱਲ ਆਵਾਂਗੇ ਕਿ ਜੋ ਸਾਡਾ ਅਰਦਾਸ ਦਾ ਰੂਪ ਹੈ, ਜੋ ਅਸੀਂ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਕਰਦੇ ਹਾਂ, ਉਹ ਕਿਹੋ ਜਿਹੀ ਹੈ? ਉਹ ਕੀ ਆਪਣੇ ਵਿੱਚ ਪਰੋਈ ਬੈਠੀ ਹੈ? ਅਰਦਾਸ ਅਸੀਂ ਵਾਹਿਗੁਰੂ ਅੱਗੇ ਕਰਦੇ ਹਾਂ ਤੇ ਸਿੱਖੀ ਦਾ ਬੜਾ ਨਿਆਰਾ ਜਿਹਾ ਸੰਕਲਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਆਰੰਭ ਕਰਦੇ ਹਾਂ ਤਾਂ ਇੱਕ ਓਂਕਾਰ ਤੋਂ ਸ਼ੁਰੂ ਕਰਦੇ ਹਾਂ।
ਬਾਣੀ ਦੇ ਵਿੱਚ ਪ੍ਰਥਮ ਗੱਲ ਪ੍ਰਥਮ ਦੱਸੀ ਗਈ ਹੈ। ਜਿਹੜਾ ਪ੍ਰਥਮ ਹੈ ਉਹਦੀ ਗੱਲ ਪ੍ਰਥਮ ਹੋਣੀ ਹੈ। ਅਰਦਾਸ ਦੇ ਵਿੱਚ ਵੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਅਰਦਾਸ ਸ਼ੁਰੂ ਕੀਤੀ ਜਾਂਦੀ ਹੈ ਤੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਹੀ ਅਰਦਾਸ ਦੀ ਅਸੀਂ ਸਮਾਪਤੀ ਕਰਦੇ ਹਾਂ। ਇਹ ਬੜਾ ਵੱਡਾ ਸੰਕਲਪ ਹੈ ਕਿ ਪ੍ਰਮਾਤਮਾ ਦੀ ਵਾਹਿਗੁਰੂ ਦੀ ਫਤਿਹ ਤੋਂ ਹੀ ਅਸੀਂ ਅਰਦਾਸ ਨੂੰ ਆਰੰਭ ਕਰ ਰਹੇ ਹਾਂ ਤੇ ਉਹਦੀ ਫਤਿਹ ਨਾਲ ਹੀ ਉਹਦੀ ਸਮਾਪਤੀ ਕਰ ਰਹੇ ਹਾਂ। ਅਰਦਾਸ ਦੇ ਵਿੱਚ ਅਸੀਂ ਦਸਾਂ ਗੁਰੂ ਸਾਹਿਬਾਨਾਂ ਨੂੰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਧਿਆਉਂਦੇ ਹਾਂ। ਸਿੰਘਾਂ ਸਿੰਘਣੀਆਂ ਦੀਆਂ ਜਿਨ੍ਹਾਂ ਨੇ ਕੁਰਬਾਨੀਆਂ ਧਰਮ ਲਈ ਕੀਤੀਆਂ ਹਨ ਉਹਨਾਂ ਨੂੰ ਧਿਆਉਂਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀਆਂ ਸ਼ਹਾਦਤਾਂ ਨੂੰ, ਜਿਨ੍ਹਾਂ ਨਾਮ ਜਪਿਆ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਵੰਡ ਛਕਿਆ ਉਹਨਾਂ ਨੂੰ ਯਾਦ ਕਰਦੇ ਹਾਂ। ਸਭ ਤੋਂ ਪਹਿਲੇ ਸਾਡੀ ਜਦੋਂ ਅਸੀਂ ਬਾਣੀ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਗੁਰੂ ਸਾਹਿਬਾਨਾਂ ਨੂੰ ਵਿਚਾਰਦੇ ਹਾਂ, ਉਸ ਤੋਂ ਬਾਅਦ ਅਸੀਂ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਵਿਚਾਰਦੇ ਹਾਂ ਜਿਨ੍ਹਾਂ ਨੂੰ ਧਰਮ ਲਈ ਆਪਣਾ ਆਪ ਨਿਸ਼ਾਵਰ ਕਰ ਦਿੱਤਾ। ਜਦੋਂ ਅਸੀਂ ਖਾਲਸਾ ਪੰਥ ਦੀ ਗੱਲ ਕਰ ਹਟਦੇ ਹਾਂ ਫਿਰ ਅਸੀਂ ਆਪਣੇ ਵੱਲ ਆਉਂਦੇ ਹਾਂ। ਸਭ ਤੋਂ ਪਹਿਲੇ ਵਾਹਿਗੁਰੂ ਦੀ ਗੱਲ ਹੁੰਦੀ ਹੈ, ਫਿਰ ਇਸ ਗੁਰੂ ਨੂੰ ਧਿਆਉਂਦੇ ਹਾਂ, ਫਿਰ ਅਸੀਂ ਖਾਲਸਾ ਪੰਥ ਦੇ ਬਾਰੇ ਗੱਲ ਕਰਦੇ ਹਾਂ, ਖਾਲਸਾ ਪੰਥ ਲਈ ਦਾਤਾ ਮੰਗਦੇ ਹਾਂ। ਤੇ ਜਦੋਂ ਇਹ ਸਭ ਵਿਚਾਰਾਂ ਹੋ ਜਾਂਦੀਆਂ ਹਨ, ਇਹਨਾਂ ਸਾਰਿਆਂ ਦਾ ਪਾਠ ਕਰ ਲਿਆ ਜਾਂਦਾ ਹੈ, ਆਪਣੇ ਨਿਜ ਦੀ ਵਾਰੀ ਅੰਤ ਵਿੱਚ ਆਉਂਦੀ ਹੈ। ਕਿਆ ਖੂਬਸੂਰਤ ਸੰਕਲਪ ਹੈ ਇਸ ਅਰਦਾਸ ਦਾ, ਕਿਆ ਖੂਬਸੂਰਤ ਬਨਾਵਟ ਹੈ ਇਸ ਅਰਦਾਸ ਦੀ। ਅਸੀਂ ਅਰਦਾਸ ਜਦੋਂ ਵਿਚਾਰਾਂਗੇ ਤਾਂ ਦੇਖਾਂਗੇ ਵੀ ਅਰਦਾਸ ਆਪਣੇ ਆਪ ਦੇ ਵਿੱਚ ਸਿੱਖੀ ਦਾ ਸਾਰਾ ਇਤਿਹਾਸ ਪਰੋਈ ਬੈਠੀ ਹੈ। ਇੰਨੀ ਖੂਬਸੂਰਤ ਹੈ ਸਾਡੀ ਅਰਦਾਸ। ਅੱਗੇ ਵਧਦੇ ਹਾਂ। ਹੁਣ ਸਿੱਖ ਰੂਪ ਦੀ ਅਰਦਾਸ ਦੇ ਰੂਪ ਦੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਲੈ ਕੇ ਜਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਉਂਦੇ ਹਾਂ ਤਾਂ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਪਏ ਹਾਂ। ਇੱਥੇ ਤੱਕ ਹੀ ਨਹੀਂ, ਜਿੱਥੇ ਤੱਕ ਆਪਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਰਬੱਤ ਖਾਲਸਾ ਦੀ ਹੀ ਗੱਲ ਕਰ ਰਹੇ ਹਾਂ। ਸਰਬੱਤ ਖਾਲਸਾ ਦੇ ਹੀ ਦਾਤਾ ਮੰਗ ਰਹੇ ਹਾਂ, ਸਰਬੱਤ ਖਾਲਸਾ ਦੀ ਚੜ੍ਹਦੀ ਕਲਾ ਦੀ ਹੀ ਗੱਲ ਕਰ ਰਹੇ ਹਾਂ। ਹੁਣ ਇਸ ਤੋਂ ਬਾਅਦ ਜਦੋਂ ਮਾਫ ਕਰਨਾ ਜਦੋਂ ਤੱਕ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਦੀ ਧਿਆਉਣ ਦੀ ਗੱਲ ਕਰਦੇ ਹਾਂ, ਉਦੋਂ ਤੱਕ ਆਪਾਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਧਿਆਉਂਦੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਪੰਜਾਂ ਸਿੰਘਾਂ ਤੋਂ ਸ਼ੁਰੂ ਕਰਦੇ ਹਾਂ ਤੇ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਤੱਕ ਦਾ ਪਾਠ ਕਰਦੇ ਹਾਂ, ਫਿਰ ਅਸੀਂ ਸਰਬੱਤ ਖਾਲਸਾ ਜੀ ਦੇ ਰੂਪ ਨੂੰ ਧਿਆਉਂਦੇ ਹਾਂ, ਸਰਬੱਤ ਖਾਲਸਾ ਜੀ ਲਈ ਦਾਤਾ ਮੰਗਦੇ ਹਾਂ ਤੇ ਆਪਣੀਆਂ ਸੰਸਥਾਵਾਂ ਲਈ ਆਪਣੀਆਂ ਪਰੰਪਰਾਵਾਂ ਦੀ ਗੱਲ ਕਰਦੇ ਹਾਂ। ਅੰਤ ਵਿੱਚ ਜਾ ਕੇ ਅਸੀਂ ਨਿਜ ਲਈ ਅਰਦਾਸ ਕਰਦੇ ਹਾਂ। ਹੁਣ ਅੱਗੇ ਵਧਦੇ ਹਾਂ ਤੇ ਅਰਦਾਸ ਨੂੰ ਚੰਗੀ ਤਰ੍ਹਾਂ ਜਾਂਚਣ ਦੀ ਕੋਸ਼ਿਸ਼ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਰਦਾਸ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਆਦੇਸ਼ ਬਖਸ਼ੇ ਗਏ ਹਨ। ਸਭ ਤੋਂ ਪਹਿਲੇ ਪ੍ਰਥਮ ਭਗਉਤੀ ਸਿਮਰਕ ਹੈ। ਸਭ ਤੋਂ ਪਹਿਲੇ ਜਿਵੇਂ ਕਿ ਆਪਾਂ ਪਹਿਲੇ ਵੀ ਗੱਲ ਕੀਤੀ ਕਿ ਪ੍ਰਥਮ ਦੀ ਪ੍ਰਥਾ ਸਿੱਖੀ ਦੇ ਵਿੱਚ ਸਥਾਪਿਤ ਹੈ ਕਿ ਅਸੀਂ ਸਭ ਤੋਂ ਪਹਿਲੇ ਉਸ ਵਾਹਿਗੁਰੂ ਪਰਮਾਤਮਾ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲੇ ਉਸ ਨੂੰ ਸਿਮਰਦੇ ਹਾਂ, ਉਸ ਨੂੰ ਧਿਆਉਂਦੇ ਹਾਂ। ਫਿਰ ਗੁਰੂ ਸਾਹਿਬਾਨਾਂ ਜੀ ਦੀ ਗੱਲ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਅਸੀਂ ਜਦੋਂ ਗੁਰੂ ਸਾਹਿਬਾਨਾਂ ਜੀ ਦੀ ਗੱਲ ਕਰਦੇ ਹਾਂ ਤਾਂ ਅੰਤ ਵਿੱਚ ਬੋਲਦੇ ਹਾਂ ਸਭ ਥਾਈ ਹੋਣਾ ਜੀ ਸਹਾਇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਸਭ ਥਾਈ ਹੋਣਾ ਜੀ ਸਹਾਇ ਤਾਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰ ਰਹੇ ਹਾਂ ਕਿ ਸਭ ਥਾਈ ਹੋਣਾ ਜੀ ਸਹਾਇ। ਸਤਿਗੁਰ ਨੂੰ ਜੋ ਸਾਨੂੰ ਮਿਲਾਉਂਦੇ ਹਨ ਗੁਰੂ ਸਾਹਿਬਾਨ, ਤਾਂ ਅਸੀਂ ਸਤਿਗੁਰ ਜੀ ਅੱਗੇ ਅਰਦਾਸ ਕਰ ਰਹੇ ਹਾਂ ਕਿ ਸਭ ਥਾਈ ਹੋਣਾ ਜੀ ਸਹਾਇ। ਇਹ ਬੜਾ ਵੱਡਾ ਇੱਕ ਦੇਵੀ ਆਦੇਸ਼ ਹੈ ਸਾਨੂੰ, ਜਿਹਦੇ ਵਿੱਚ ਸਾਨੂੰ ਗੁਰੂ ਸਾਹਿਬ ਸਾਨੂੰ ਇਹ ਆਦੇਸ਼ ਦੇ ਰਹੇ ਹਨ। ਇਸ ਤੋਂ ਬਾਅਦ ਦਸਾਂ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਉਂਦੇ ਹਾਂ। ਹੁਣ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਹਾਂ ਤਾਂ ਆਪਣੇ ਆਪ ਵਿੱਚ ਐਸਾ ਕੋਈ ਗ੍ਰੰਥ ਨਹੀਂ ਮਿਲਦਾ ਜਿਹੜਾ ਕਿ ਸੁਦਾ ਹੀ ਆਤਮਿਕ ਜੋਤ ਦਾ ਪ੍ਰਕਾਸ਼ ਦੁਨੀਆ ਵਿੱਚ ਫੈਲਾ ਰਿਹਾ ਹੋਵੇ। ਜਿੰਨੇ ਵੀ ਗ੍ਰੰਥ, ਜਿੰਨੇ ਵੀ ਧਾਰਮਿਕ ਪੁਸਤਕਾਂ ਅੱਜ ਤੱਕ ਇਤਿਹਾਸ ਦੇ ਵਿੱਚ ਲਿਖੀਆਂ ਗਈਆਂ ਹਨ, ਉਹਨਾਂ ਦੇ ਵਿੱਚ ਧਾਰਮਿਕ ਅਧਿਆਤਮਿਕ ਗਿਆਨ ਤੋਂ ਇਲਾਵਾ ਜੀਵਨ ਬ੍ਰਿਤਾਂਤ, ਹੋਰ ਘਟਨਾਵਾਂ
ਕਈ ਤਰ੍ਹਾਂ ਦੇ ਪਸਾਰ ਦਿੱਤੇ ਗਏ ਹਨ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕੋ ਇੱਕ ਦੁਨੀਆ ਦੇ ਐਸੇ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਸਿਰਫ ਤੇ ਸਿਰਫ ਆਤਮਿਕ ਗਿਆਨ ਦੀ ਗੱਲ ਕੀਤੀ ਗਈ ਹੈ। ਅਤੇ ਇੱਕ ਅਜਿਹਾ ਇੱਕੋ ਹੀ ਗ੍ਰੰਥ ਹੈ ਜਿਹਦੇ ਬਾਨੀ ਆਪ ਉਹਨਾਂ ਦੇ ਪਿਆਰਿਆਂ ਨੂੰ, ਉਹਨਾਂ ਦੇ ਫਾਲੋਅਰਸ ਨੂੰ, ਸਬਜੈਕਟਸ ਨੂੰ ਗ੍ਰੰਥ ਸੌਂਪ ਕੇ ਗਏ ਹਨ। ਨਹੀਂ ਤਾਂ ਇਹੋ ਜਿਹਾ ਕੋਈ ਵੀ ਗ੍ਰੰਥ ਨਹੀਂ ਹੈ ਜੋ ਉਹਨਾਂ ਦੇ ਬਾਨੀ, ਕਿਸੇ ਵੀ ਬਾਨੀ ਨੇ ਆਪ ਹੱਥੀ ਸੌਂਪਿਆ ਹੋਵੇ। ਇਸ ਤੋਂ ਬਾਅਦ ਅਸੀਂ ਧਿਆਨ ਧਰ ਕੇ ਵਾਹਿਗੁਰੂ ਦਾ ਜਾਪ ਕਰਦੇ ਹਾਂ। ਵਾਹਿਗੁਰੂ ਮਿਲ ਕੇ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਧਿਆਉਂਦੇ ਹਾਂ। ਇਹਦਾ ਵੀ ਬੜਾ ਵੱਡਾ ਸੰਕਲਪ ਹੈ। ਜਦੋਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਉਂਦੇ ਹਾਂ, ਸਭ ਕੁਝ ਨੂੰ ਧਿਆਉਂਦੇ ਹੋਏ ਯਾਦ ਵਾਹਿਗੁਰੂ ਨੂੰ ਕੀਤਾ ਜਾ ਰਿਹਾ ਹੈ, ਸਿਮਰਿਆ ਵਾਹਿਗੁਰੂ ਨੂੰ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਇਹਦੇ ਜਦੋਂ ਅਰਦਾਸੀਆ ਸਿੰਘ ਅੱਗੇ ਹੋ ਕੇ ਸਰਬੱਤ ਖਾਲਸਾ ਜੀ ਦਾ ਪ੍ਰਤੀਨਿਧ ਬਣ ਕੇ ਸੰਗਤ ਨੂੰ ਵਾਹਿਗੁਰੂ ਬੋਲਣ ਦਾ ਉਪਦੇਸ਼ ਦੇ ਰਿਹਾ ਹੈ, ਤਾਂ ਨਾ ਸਿਰਫ ਅਸੀਂ ਇੱਕ ਸੁਰਤ ਹੋ ਕੇ ਉਸ ਵਾਹਿਗੁਰੂ ਨੂੰ ਚੇਤੇ ਕਰ ਰਹੇ ਹਾਂ, ਉਹਨੂੰ ਸਿਮਰ ਰਹੇ ਹਾਂ, ਬਲਕਿ ਇੱਕ ਸੁਰਤਾ ਦੇ ਵਿੱਚ ਉਸ ਵਾਹਿਗੁਰੂ ਦੇ ਵਿੱਚ ਲੀਨ ਹੋ ਰਹੇ ਹਾਂ। ਤੇ ਇੱਕ ਬੜਾ ਵੱਡਾ ਸੰਕਲਪ ਇਹ ਹੈ ਕਿ ਜਦੋਂ ਵੀ ਅਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ, ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਹਾਂ, ਸਿੱਖੀ ਦੇ ਸੰਕਲਪਾਂ ਦੀ ਗੱਲ ਕਰਦੇ ਹਾਂ, ਤਾਂ ਚਾਹੇ ਗੱਲ ਕੋਈ ਵੀ ਚੱਲ ਰਹੀ ਹੋਵੇ, ਚਿੱਤ ਖਿਆਲ ਦੇ ਵਿੱਚ ਹਮੇਸ਼ਾ ਵਾਹਿਗੁਰੂ ਹੀ ਰਹਿਣਾ ਚਾਹੀਦਾ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਉਸ ਤੋਂ ਬਾਅਦ ਅਸੀਂ ਗੁਰੂ ਪੰਥ ਦਾ ਅਭਿਨੰਦਨ ਕਰਦੇ ਹਾਂ। ਇਸ ਪੰਕਤੀ ਤੋਂ ਬਾਅਦ ਅਸੀਂ ਸਿੱਖ ਇਤਿਹਾਸ ਦੇ ਵਿੱਚ ਜਾਂਦੇ ਹਾਂ, ਪੰਜਾਂ ਪਿਆਰਿਆਂ ਦੀਆਂ ਸ਼ਹਾਦਤਾਂ ਦੇ ਵੱਲ ਜਾਂਦੇ ਹਾਂ। ਪੰਜਾਂ ਪਿਆਰਿਆਂ ਤੋਂ ਬਾਅਦ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੱਲ ਜਾਂਦੇ ਹਾਂ, ਉਹਨਾਂ ਨੂੰ ਚਿਤਾਰਦੇ ਹਾਂ, ਉਹਨਾਂ ਨੂੰ ਚੇਤੇ ਕਰਦੇ ਹਾਂ। ਹੁਣ ਜਦੋਂ ਇਹਦੇ ਇਤਿਹਾਸ ਦੀ ਆਪਾਂ ਗੱਲ ਸ਼ੁਰੂ ਕਰਦੇ ਹਾਂ, ਤਾਂ ਅਸੀਂ ਸਰਬੱਤ ਖਾਲਸਾ ਜੀ ਨੂੰ ਅਭਿਨੰਦਨ ਕਰ ਰਹੇ ਹਾਂ, ਸਰਬੱਤ ਖਾਲਸਾ ਜੀ ਦੀਆਂ ਸ਼ਹਾਦਤਾਂ ਨੂੰ ਨਮਸਕਾਰ ਕਰ ਰਹੇ ਹਾਂ। ਪੰਜਾਂ ਪਿਆਰਿਆਂ ਦੇ ਇਤਿਹਾਸ ਬਾਰੇ ਸਾਡੇ ਵਿੱਚੋਂ ਕੋਈ ਐਸਾ ਨਹੀਂ ਹੋਏਗਾ ਜੋ ਜਾਣੂ ਨਹੀਂ ਹੈ, ਪਰ ਫਿਰ ਵੀ ਮੈਂ ਇੱਕ ਵਾਰ ਦੁਬਾਰਾ ਉਹ ਵਾਕਿਆਤ ਆਪ ਜੀ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹਾਂ। ਉਹ 1699 ਦੀ ਵਿਸਾਖੀ ਨੂੰ ਆਪ ਜੀ ਦੀ ਅੱਖਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਹਾਂ, ਜਦੋਂ ਭਰੀ ਸਭਾ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਤੇਗਾ ਨਿਕਾਲ ਕੇ ਸੀਸ ਮੰਗੇ ਸਨ। ਦੇਖੋ ਕੈਸੀ ਨਿਆਰੀ ਬਖਸ਼ਿਸ਼ ਹੈ, ਕੈਸਾ ਸਵਾਲ ਗੁਰੂ ਸਾਹਿਬ ਨੇ ਸਿੱਖਾਂ ਅੱਗੇ ਰੱਖ ਦਿੱਤਾ ਹੈ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ। ਤੇ ਕਿਹੋ ਜਿਹੇ ਉਹ ਸਿੰਘ ਸਨ, ਕਿਹੋ ਜਿਹੇ ਉਹ ਪਿਆਰੇ ਸਨ, ਜਿਹੜੇ ਉੱਠ ਕੇ ਖੜੇ ਹੋ ਗਏ ਕਿ ਗੁਰੂ ਸਾਹਿਬ ਜੀ ਮੈਂ ਹਾਜ਼ਰ ਹਾਂ। ਕਿਆ ਸਿੱਖੀ ਹੈ ਤੇ ਕਿਆ ਸਿੱਖ ਹਨ। ਇਹੋ ਜਿਹਾ ਅਦਭੁਤ ਨਜ਼ਾਰਾ ਦੁਨੀਆ ਦੇ ਵਿੱਚ ਸ਼ਾਇਦ ਹੀ ਕਿਤੇ, ਕਿਸੇ ਸਮੇਂ ਦੇ ਵਿੱਚ ਸ਼ਾਇਦ ਹੀ ਕਿਤੇ ਮਿਲਿਆ ਹੋਵੇਗਾ ਕਿ ਸਿੱਖ ਗੁਰੂ ਤੋਂ ਸੀਸ ਮੰਗ ਰਿਹਾ ਹੈ ਤੇ ਗੁਰੂ ਸੀਸ ਹਾਜ਼ਰ ਕਰਕੇ ਦੇ ਰਿਹਾ ਹੈ। ਉਹਨਾਂ ਪੰਜਾਂ ਪਿਆਰਿਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ ਅਰਦਾਸ ਦੇ ਵਿੱਚ। ਉਸ ਤੋਂ ਬਾਅਦ ਚਾਰ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹਾਦਤ ਬਾਰੇ ਵੀ ਅਸੀਂ ਸਾਰੇ ਜਾਣੂ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ, ਜੋ ਦੋ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਤੇ ਦੋ ਸਰਹੰਦ ਦੀ ਨੀਹਾਂ ਦੇ ਵਿੱਚ ਚਿਣਵਾ ਦਿੱਤੇ ਗਏ, ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਹਾਂ। ਇਸ ਤੋਂ ਬਾਅਦ 40 ਮੁਕਤਿਆਂ ਨੂੰ ਨਮਸਕਾਰ ਕਰਦੇ ਹਾਂ, ਜੋ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਿੱਖੀ ਨੂੰ ਮੁੜ ਉਜਾਗਰ ਕਰਦੇ ਹਾਂ, ਖੁਦ ਦੇ ਆਪਣੇ ਪਛਤਾਚਾਪ ਵਿੱਚ, ਜਾਂ ਕਹਿ ਲਓ ਵੀ ਜੋ ਵੀ ਉਹਨਾਂ ਦੀ ਕਾਇਆ ਗੁਰੂ ਮਹਾਰਾਜ ਨੇ ਕਲਪ ਕੀਤੀ, ਉਹਦੇ ਵਿੱਚ ਆ ਕੇ ਸ਼ਹੀਦ ਹੋ ਗਏ। ਇਸ ਤੋਂ ਬਾਅਦ ਅਸੀਂ ਹਟੀਆਂ ਜਪੀਆਂ ਤਪੀਆਂ ਨੂੰ ਨਮਸਕਾਰ ਕਰਦੇ ਹਾਂ, ਜਿਹੜੇ ਸਿੱਖੀ ਦੇ ਵਿੱਚ ਜਿਹੜੇ ਦੁਨਿਆਵੀ ਹਟੀ ਜਪੀ ਤਪੀ ਹਨ, ਉਹਨਾਂ ਨੂੰ ਅਸੀਂ ਸਵੀਕਾਰ ਨਹੀਂ ਕਰਦੇ ਗੁਰਬਾਣੀ ਦੇ ਵਿੱਚ। ਪਰ ਗੁਰਬਾਣੀ ਦੇ ਸੰਕਲਪ ਦੇ ਵਿੱਚ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਦਾ ਸੰਕਲਪ ਹੈ। ਜੋ ਗੁਰਮੁਖ, ਜੋ ਗੁਰਸਿੱਖ ਉਸ ਇੱਕ ਅਕਾਲ ਪੁਰਖ ਨੂੰ ਜਪਦੇ ਹਨ, ਉਹਨਾਂ ਜਪੀਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਅਸੀਂ ਧਿਆਉਂਦੇ ਹਾਂ। ਹੁਣ ਅੱਗੇ ਗੱਲ ਕਰਦੇ ਹਾਂ ਤਪੀਆਂ ਦੀ। ਤਪੀ ਦਾ ਅਰਥ ਹੁੰਦਾ ਹੈ ਜੋ ਅਗਨ ਦੇ ਵਿੱਚ, ਅੱਗ ਦੇ ਵਿੱਚ ਜਲਦਾ ਹੈ, ਤਪਨ ਹੋ ਜਾਂਦਾ ਹੈ, ਉਹਨੂੰ ਅਸੀਂ ਤਪੀ ਆਖਦੇ ਹਾਂ। ਸਿੱਖੀ ਦੇ ਵਿੱਚ ਤਪੀ ਦਾ ਸੰਕਲਪ ਅੱਗ ਦੇ ਵਿੱਚ ਜਲਣਾ ਨਹੀਂ, ਸਿੱਖੀ ਦੇ ਵਿੱਚ ਤਪੀ ਦਾ ਸੰਕਲਪ ਰਜਾ ਤੇ ਸੇਵਾ ਤੋਂ ਹੈ। ਜੋ ਗੁਰਸਿੱਖ ਰਜਾ ਦੇ ਵਿੱਚ ਰਹਿੰਦੇ ਹੋਏ
ਆਪਣਾ ਜੀਵਨ ਬਤੀਤ ਕਰਦੇ ਹਨ, ਜਾਂ ਸੇਵਾ ਦੇ ਸੰਕਲਪ ਤੋਂ ਨਿਛਾਵਰ ਹੋ ਕੇ ਨਿਸ਼ਕਾਮ ਸੇਵਾ ਦੇ ਵਿੱਚ ਜੁੜ ਕੇ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਤਪੀਆਂ ਨੂੰ ਅਸੀਂ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਧਿਆਉਂਦੇ ਹਾਂ। ਉਸ ਤੋਂ ਬਾਅਦ ਹਠੀਆਂ ਦੀ ਗੱਲ ਕੀਤੀ ਗਈ ਹੈ। ਹਠੀ ਉਸ ਨੂੰ ਆਖਿਆ ਜਾਂਦਾ ਹੈ ਜੋ ਆਪਣੇ ਕਹਿਣੇ ਕਰਨ ਦੇ ਉੱਪਰ ਅਟਲ ਰਹੇ, ਜੋ ਹਠ ਕਰੇ। ਪਰ ਵਿੱਚ ਵੀ ਕਈ ਤਰ੍ਹਾਂ ਦੇ ਹਠੀ ਮਿਲ ਜਾਂਦੇ ਹਨ। ਕੁਝ ਹਠੀ ਐਸੇ ਵੀ ਹੁੰਦੇ ਹਨ ਜੋ ਆਪਣਾ ਸੰਕਲਪ ਨਾ ਸਹੀ ਹੁੰਦੇ ਹੋਏ ਵੀ ਆਪਣੀ ਹਠ ਤੋਂ ਦੂਰੀ ਨਹੀਂ ਬਣਾਉਂਦੇ। ਇਹੋ ਜਿਹੇ ਹਠੀਆਂ ਦੀ ਗੁਰੂ ਸਾਹਿਬ ਗੱਲ ਨਹੀਂ ਕਰ ਰਹੇ। ਗੁਰੂ ਸਾਹਿਬ ਉਹਨਾਂ ਹਠੀਆਂ ਦੀ ਗੱਲ ਕਰਦੇ ਹਨ, ਉਹਨਾਂ ਹਠੀਆਂ ਨੂੰ ਅਸੀਂ ਨਮਸਕਾਰ ਕਰਦੇ ਹਨ ਜਿਹੜੇ ਸਿੱਖੀ ਦੇ ਸੰਕਲਪ ਦੇ ਵਿੱਚ ਹਠ ਕਰਦੇ ਹਨ, ਜਿਹੜੇ ਸਿੱਖੀ ਦੇ ਸੰਕਲਪ ਨੂੰ ਲੈ ਕੇ ਹਠ ਕਰਦੇ ਹਨ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਉਸ ਤੋਂ ਬਾਅਦ ਜਿਨ੍ਹਾਂ ਨਾਮ ਜਪਿਆ, ਇਹ ਬੜਾ ਵੱਡਾ ਸੰਕਲਪ ਹੈ ਜੀ ਸਿੱਖੀ ਦਾ। ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨੂੰ ਨਾਮ ਜਪਿਆ, ਉਹਨਾਂ ਨੂੰ ਅਸੀਂ ਨਮਸਕਾਰਦੇ ਹਾਂ। ਜਿਨ੍ਹਾਂ ਵੰਡ ਛਕਿਆ, ਜਿਨ੍ਹਾਂ ਨੇ ਆਪਣੀ ਆਮਦਨ ਦਾ, ਤਿਲ ਫੁੱਲ ਦਾ ਜੋ ਵੀ ਦਸਵੰਧ ਬਣਦਾ ਸੀ, ਉਹ ਦਸਵੰਧ ਗੁਰੂ ਦੇ ਚਰਨਾਂ ਦੇ ਵਿੱਚ ਰੱਖਿਆ, ਉਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਵੰਡ ਛਕਣਾ ਸਿੱਖੀ ਦਾ ਇੱਕ ਬੜਾ ਵਡਮੁੱਲਾ ਸਿਧਾਂਤ ਹੈ। ਜੋ ਪ੍ਰੈਜ਼ੈਂਟ ਅਸੀਂ ਹਾਲਾਤ ਦੇਖ ਰਹੇ ਹਾਂ, ਜਿਵੇਂ ਦੇ ਸਾਡੇ ਇਕਨੋਮਿਕਲ ਹਾਲਾਤ ਬਣੇ ਹੋਏ ਹਨ, ਇੰਡੀਆ ਦੇ ਨਹੀਂ ਬਾਹਰ ਦੇ ਵੀ, ਵੰਡ ਛਕਣਾ ਇੱਕ ਇਹੋ ਜਿਹਾ ਸੰਕਲਪ ਹੈ ਕਿ ਜੇ ਸਿੱਖੀ ਦੇ ਸੰਕਲਪ ਨੂੰ ਦੁਨੀਆ ਗ੍ਰਹਿਣ ਕਰੇ ਤਾਂ ਇਹ ਸਾਰੇ ਇਕਨੋਮਿਕਲ ਪ੍ਰੋਬਲਮ ਸੋਲਵ ਹੋ ਸਕਦੇ ਹਨ। ਹੁਣ ਵੰਡ ਛਕਣ ਦੇ ਵਿੱਚ ਵੀ ਇੱਕ ਕੁਝ ਅਲੱਗ-ਅਲੱਗ ਧਾਰਨਾਵਾਂ ਨੇ। ਮੁੱਢ ਤੋਂ ਤਾਂ ਸਿੱਖੀ ਦੀ ਸਾਰੀ ਕਮਾਈ, ਸਿੱਖ ਦੀ ਸਾਰੀ ਕਮਾਈ ਹੀ ਗੁਰੂ ਦੀ ਕਮਾਈ ਹੈ। ਐਸਾ ਕੁਝ ਨਹੀਂ ਹੈ ਕਿ ਸਿੱਖ ਦਾ ਸਿਰਫ ਦਸਵੰਧ, ਜਿਹੜਾ 10ਵਾਂ ਹਿੱਸਾ ਹੈ, ਉਹੀ ਅਸੀਂ ਗੁਰੂ ਦੇ ਆਦੇਸ਼ ਦੇ ਵਿੱਚ ਲਾਉਣਾ ਹੈ। ਗੁਰੂ ਦੇ ਕੰਮਾਂ ਕਾਰਾਂ ਦੇ ਵਿੱਚ, ਮਾਇਆ ਦੇ ਵਿੱਚ, ਜਾਂ ਕਿਸੇ ਵੀ ਕਹਿ ਲਓ ਪ੍ਰਚਾਰ ਦੇ ਵਿੱਚ, ਜਾਂ ਹੋਰ ਕਿਸੇ ਵਿੱਚ ਲਾਉਣਾ ਹੈ। ਸਿੱਖ ਦੀ ਸਾਰੀ ਕਮਾਈ ਹੀ ਗੁਰੂ ਦੀ ਕਮਾਈ ਹੈ, ਇਹ ਸਾਰੀ ਬਖਸ਼ਿਸ਼ ਹੀ ਗੁਰੂ ਦੀ ਹੈ। ਪਰ ਜੋ ਪ੍ਰੈਜ਼ੈਂਟ ਹਾਲਾਤ ਹਨ, ਕਿਉਂਕਿ ਸਿੱਖੀ ਦਾ ਇੱਕ ਅਜਿਹਾ ਵਾਤਾਵਰਨ ਪ੍ਰੈਜ਼ੈਂਟਲੀ ਅਸੀਂ ਕੌਮ ਨੂੰ ਨਹੀਂ ਦੇ ਸਕੇ ਕਿ ਅਸੀਂ ਵਾਕਈ ਉਸ ਸੰਕਲਪ ਨੂੰ ਦੇਸ਼ੀ ਤੌਰ ਤੇ, ਸਟੇਟ ਦੇ ਤੌਰ ਤੇ ਲਾਗੂ ਕਰ ਸਕੀਏ। ਇਸ ਕਰਕੇ ਵੰਡ ਛਕਣ ਦਾ ਸੰਕਲਪ ਉਨੀ ਖੁੱਲੀ ਤਰ੍ਹਾਂ ਹਲੇ ਉੱਭਰ ਕੇ ਬਾਹਰ ਨਹੀਂ ਆਇਆ, ਪਰ ਫਿਰ ਵੀ ਜਿੰਨਾ ਵੀ ਬਾਹਰ ਆਇਆ ਹੈ ਉਸ ਨੇ ਹੀ ਖਾਲਸੇ ਦੀ ਚੰਗੀ ਚੜ੍ਹਦੀ ਕਲਾ ਕੀਤੀ ਹੋਈ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਕਰਕੇ ਜਿਨ੍ਹਾਂ ਨੇ ਵੰਡ ਛਕਿਆ, ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ। ਉਸ ਤੋਂ ਬਾਅਦ ਦੇਗ ਚਲਾਈ, ਜਿਨ੍ਹਾਂ ਨੇ ਖਾਲਸੇ ਦਾ ਲੰਗਰ ਦੀ ਪ੍ਰਥਾ ਨੂੰ ਉਜਾਗਰ ਕਰਕੇ ਰੱਖਿਆ ਹੋਇਆ ਹੈ ਜਾਂ ਅਜੇ ਵੀ ਚਲਾ ਰਹੇ ਹਨ, ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਵੀ ਧਿਆਉਂਦੇ ਹਾਂ। ਤੇਗ ਵਾਹੀ, ਸਿੱਖੀ ਦੇ ਸੰਕਲਪ ਦੀ, ਤੇਗ ਵਾਹੀ ਦਾ ਸੰਕਲਪ ਸਾਡੇ ਲਈ ਕੋਈ ਨਵਾਂ ਨਹੀਂ ਹੈ। ਜਦੋਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ, ਤੇਗ ਅੰਦਰੂਨੀ ਵੀ ਤੇ ਬਾਹਰੀ ਵੀ ਸਾਡੀ ਹੋਂਦ ਦਾ ਬੜਾ ਪ੍ਰਤੱਖ ਹਿੱਸਾ ਰਿਹਾ ਹੈ, ਚਿੰਨ੍ਹ ਰਿਹਾ ਹੈ। ਅੰਦਰੂਨੀ ਤੇਗ ਅਸੀਂ ਆਪਣੇ 5 ਵੈਰੀਆਂ ਨਾਲ ਲੜਨ ਲਈ ਵਰਤਦੇ ਹਾਂ, ਤੇ ਬਾਹਰੀ ਤੇਗ ਅਸੀਂ ਜ਼ਾਲਮਾਂ ਦਾ, ਜਿਹੜੇ ਹੱਕ ਦੀ ਕਮਾਈ ਦਾ ਸੰਕਲਪ ਨਹੀਂ ਮੰਨਦੇ, ਦੂਸਰਿਆਂ ਦੇ ਉੱਪਰ ਜ਼ੁਲਮ ਕਰਨ ਲਈ ਤਤਪਰ ਰਹਿੰਦੇ ਹਨ, ਉਹਨਾਂ ਲਈ ਵਰਤਦੇ ਹਾਂ। ਤੇ ਜਿਨ੍ਹਾਂ ਨੇ ਇਹ ਤੇਗਾ ਵਾਹਿਆ ਹੈ, ਜਿਨ੍ਹਾਂ ਨੇ ਇਸ ਸੰਕਲਪ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ, ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਹਾਂ, ਉਹਨਾਂ ਨੂੰ ਵੀ ਇਸ ਦਾ ਅਸੀਂ ਅਰਦਾਸ ਦੇ ਵਿੱਚ ਧਿਆਉਂਦੇ ਹਾਂ। ਬੜਾ ਤੇਗ ਵਾਹੁਣ ਵਾਲਾ ਸੰਕਲਪ ਸਾਡੇ ਬੜੀ ਜਲਦੀ ਆ ਕੇ ਸਾਨੂੰ ਠੁੰਬਦਾ ਹੈ। ਕਿਉਂਕਿ ਇੱਕ ਅਜਿਹਾ ਸੰਕਲਪ ਹੈ ਜਿਹਦੇ ਵਿੱਚ ਸ਼ਹਾਦਤਾਂ ਵਾਲਾ ਪੱਖ ਸ਼ੁਰੂ ਹੋ ਜਾਂਦਾ ਹੈ, ਤੇ ਜਦੋਂ ਸ਼ਹਾਦਤਾਂ ਦੀ ਗੱਲ ਚੱਲਦੀ ਹੈ, ਫਿਰ ਬੜੀ ਪਵਿੱਤਰ ਜੀ ਭਾਵਨਾ ਸਾਡੇ ਹਿਰਦਿਆਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਹੈ। ਸ਼ਹਾਦਤ ਹੈ ਹੀ ਇੱਕ ਅਜਿਹਾ ਸ਼ਬਦ ਕਿ ਜਿਹਨੂੰ ਅਸੀਂ ਪਵਿੱਤਰਤਾ ਦੇ ਨਾਲ ਬੜੀ ਛੇਤੀ ਜੋੜ ਸਕਦੇ ਹਾਂ। ਸ਼ਹਾਦਤ ਹੈ ਹੀ ਆਪਣੇ ਆਪ ਦੇ ਵਿੱਚ ਸਤਿਗੁਰ ਅੱਗੇ ਗਵਾਹੀ ਹੈ ਕਿ ਸੱਚਾ ਪਾਤਸ਼ਾਹ, ਮੈਂ ਤੇਰੇ ਨਾਲ ਜੁੜਿਆ ਹੋਇਆ, ਪੂਰੀ ਤਰ੍ਹਾਂ ਜੁੜਿਆ ਹੋਇਆ, ਕੋਈ ਡਰ, ਕੋਈ ਭੈ ਮੈਨੂੰ ਤੇਰੇ ਤੋਂ ਦੂਰ ਨਹੀਂ ਕਰ ਸਕਦਾ। ਕਬੀਰ ਜੀ ਆਖਦੇ ਹਨ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਇਹੋ ਜਿਹੀ ਬਿਰਤੀਆਂ ਹੁੰਦੀਆਂ ਹਨ ਜੀ ਸ਼ਹੀਦਾਂ ਦੀਆਂ, ਉਹਨਾਂ ਨੂੰ ਮਰਨ ਦਾ ਚਾਅ ਹੁੰਦਾ ਹੈ, ਉਸ ਆਪਣੇ ਵਾਹਿਗੁਰੂ ਲਈ, ਆਪਣੇ ਗੁਰੂ ਲਈ ਮਰਨਾ ਚਾਹੁੰਦੇ ਹਨ, ਖੁਦ ਦਾ ਆਪਾ ਕੁਰਬਾਨ ਕਰਨਾ ਚਾਹੁੰਦੇ ਹਨ। ਇਸ ਕਰਕੇ ਉਹ ਖੁਦ ਲਈ ਇਹੋ ਜਿਹੇ ਟੋਲਦੇ ਹਨ, ਬਹਾਨੇ ਟੋਲਦੇ ਹਨ ਕਿ ਕਿਸੇ ਤਰ੍ਹਾਂ ਵਾਹਿਗੁਰੂ ਦੇ ਲਈ ਸ਼ਹੀਦ ਹੋਇਆ ਜਾ ਸਕੇ। ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ, ਕਿਤੇ ਵਾਹਿਗੁਰੂ ਪੁੱਛ ਹੀ ਲੈਣ
ਇਹ ਕੌਣ ਪਿਆ ਹੋਇਆ ਹੈ ਮੇਰੇ ਦਰਵਾਜ਼ੇ ਤੇ? ਇਹ ਕੌਣ ਹੈ ਜਿਹੜਾ ਮੇਰੇ ਦੁਆਰ ਤੇ ਆ ਕੇ ਸ਼ਹੀਦ ਹੋ ਗਿਆ ਹੈ? ਇਹੋ ਜਿਹੇ ਯੋਧਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ, ਖਾਲਸੇ ਦੇ ਲਈ ਤੇਗ ਵਾਹੀ, ਉਹਨਾਂ ਨੂੰ ਵੀ ਅਸੀਂ ਅਰਦਾਸ ਦੇ ਵਿੱਚ ਧਿਆਉਂਦੇ ਹਾਂ। ਉਸ ਤੋਂ ਬਾਅਦ ਅਗਲਾ ਸੰਕਲਪ ਹੈ ਵੇਖ ਕੇ ਅਣਡਿੱਠ ਕੀਤਾ। ਸੱਚੇ ਪਾਤਸ਼ਾਹ ਜੀ ਨੇ ਬੜਾ ਹੀ ਵਡਮੁੱਲਾ ਇੱਕ ਆਦਰਸ਼ ਸਾਡੇ ਸਾਹਮਣੇ ਰੱਖਿਆ ਹੈ, ਵੇਖ ਕੇ ਅਣਡਿੱਠ ਕੀਤਾ। ਇਹ ਬੜਾ ਮੁਸ਼ਕਿਲ ਸੰਕਲਪ ਹੈ ਜੀ, ਵੇਖ ਕੇ ਅਣਡਿੱਠ ਕੀਤਾ। ਇੱਕ ਕਥਾ, ਇੱਕ ਸਾਖੀ ਸੁਣਨ ਨੂੰ ਮਿਲਦੀ ਹੈ ਕਿ ਇੱਕ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਉਸ ਦੀ ਰਾਣੀ ਜੋ ਸੀ ਆਪਣੇ ਵਜ਼ੀਰ ਦੇ ਨਾਲ ਕੁਝ ਗਲਤ ਹਰਕਤਾਂ ਦੇ ਵਿੱਚ ਫਸ ਗਈ, ਤੇ ਉਹ ਕਿਉਂਕਿ ਰਾਜੇ ਨੇ ਮੁੜਨਾ ਨਹੀਂ ਸੀ 1-2 ਦਿਨ ਵਾਸਤੇ, ਤਾਂ ਉਹ ਪਿੱਛੋਂ ਰੰਗਰਲੀਆਂ ਮਨਾਉਂਦੇ ਰਹੇ। ਰਾਜਾ ਆਪਣੇ ਨਿਸ਼ਚਿਤ ਸਮੇਂ ਤੋਂ ਕੁਝ ਸਮਾਂ ਪਹਿਲੇ ਵਾਪਸ ਆ ਗਿਆ ਤੇ ਕੀ ਵੇਖਦਾ ਹੈ ਕਿ ਦੋਨੋਂ ਬੜੀ ਗਲਤ ਹਾਲਤ ਦੇ ਵਿੱਚ ਉਸ ਦੇ ਬਿਸਤਰ ਦੇ ਵਿੱਚ ਪਏ ਹੋਣੇ ਸਨ। ਰਾਜੇ ਨੇ ਆਪਣਾ ਸ਼ਾਲ ਉਤਾਰਿਆ ਤੇ ਆਪਣੀ ਰਾਣੀ ਦੇ ਉੱਪਰ ਦੇ ਦਿੱਤਾ। ਸਵੇਰੇ ਉੱਠ ਕੇ ਰਾਣੀ ਕੀ ਦੇਖਦੀ ਹੈ ਕਿ ਸ਼ਾਲ ਰਾਜੇ ਦਾ ਉਸ ਦੇ ਉੱਪਰ ਪਿਆ ਹੋਇਆ ਹੈ। ਬੜਾ ਪਛਤਾਵਾ ਆਉਂਦਾ ਹੈ ਉਸ ਦੇ ਮਨ ਦੇ ਵਿੱਚ। ਪਰ ਰਾਜਾ ਜਦੋਂ ਤੱਕ, ਕਈ ਸਾਲ ਗੁਜ਼ਰ ਗਏ, ਜਦੋਂ ਤੱਕ ਮੌਤ ਦੇ ਮੂੰਹ ਵਿੱਚ ਨਹੀਂ ਪਹੁੰਚ ਗਿਆ, ਉਦੋਂ ਤੱਕ ਇਸ ਗੱਲ ਬਾਰੇ ਕੋਈ ਗੱਲ ਨਹੀਂ ਹੋਈ। ਅੰਤ ਦੇ ਵਿੱਚ ਰਾਜਾ ਮਰਨ ਲੱਗਾ ਤਾਂ ਆਪਣੇ ਰਾਜ ਭਾਗ ਦੇ ਵਿੱਚ ਆਖ ਗਿਆ ਕਿ ਮੇਰਾ ਰਾਜ ਭਾਗ ਸਾਰਾ ਰਾਣੀ ਸੰਭਾਲੇਗੀ, ਸਾਰਾ ਜੋ ਵੀ ਡਿਸੀਜਨ ਹੋਣਗੇ ਉਹ ਰਾਣੀ ਲਏਗੀ। ਤਾਂ ਰਾਣੀ ਫੁੱਟ ਕੇ ਰੋਣ ਲੱਗ ਪਈ। ਸਾਰਾ ਦਰਬਾਰ ਪੁੱਛਣ ਲੱਗਾ ਕਿ ਤੁਹਾਨੂੰ ਤਾਂ ਸਾਰਾ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਗਿਆ ਹੈ, ਸਾਰਾ ਪੈਸਾ ਬਖਸ਼ਿਸ਼ ਕਰ ਦਿੱਤਾ ਗਿਆ ਹੈ, ਤੁਸੀਂ ਕਿਉਂ ਰੋਂਦੇ ਜੀ? ਤਾਂ ਰਾਣੀ ਅੱਗੋਂ ਆਖਣ ਲੱਗੀ ਕਿ ਹੁਣ ਮੇਰੇ ਪਰਦੇ ਕੱਜਣ ਵਾਲਾ ਮੈਥੋਂ ਦੂਰ ਹੋ ਗਿਆ। ਸੱਚੇ ਪਾਤਸ਼ਾਹ ਦੀ ਇਹ ਕਿਰਤੀ ਹੈ, ਉਹ ਵਾਹਿਗੁਰੂ ਸਾਡੇ ਪਰਦੇ ਕੱਜਦਾ ਹੈ। ਅਸੀਂ ਆਪ ਜਾਣਦੇ ਹਾਂ, ਅਸੀਂ ਭੁੱਲਾਂ ਕਰਦੇ ਹਾਂ, ਅਸੀਂ ਗਲਤੀਆਂ ਕਰਦੇ ਹਾਂ, ਅਸੀਂ ਗਲਤੀ ਦੇ ਪੁਤਲੇ ਹਾਂ। ਤੇ ਫਿਰ ਵੀ ਜਦੋਂ ਅਸੀਂ ਦੂਸਰਿਆਂ ਨੂੰ ਜੱਜ ਕਰਦੇ ਹਾਂ, ਕਿਸੇ ਹੋਰ ਦੀਆਂ ਗਲਤੀਆਂ ਨੂੰ ਵੇਖਦੇ ਹਾਂ, ਤਾਂ ਤੁਰੰਤ ਉਹਨਾਂ ਦੇ ਬਾਰੇ ਗਲਤ ਵਿਚਾਰ ਆਪਣੇ ਮਨਾਂ ਦੇ ਵਿੱਚ ਲੈ ਕੇ ਆਉਂਦੇ ਹਾਂ, ਗਲਤ ਸੋਚਾਂ ਉਹਨਾਂ ਬਾਰੇ ਰੱਖਦੇ ਹਾਂ। ਆਪਣੇ ਪਰਦੇ, ਅਸੀਂ ਆਪਣੀਆਂ ਗਲਤੀਆਂ, ਆਪਣੀਆਂ ਭੁੱਲਾਂ ਅਸੀਂ ਭੁੱਲ ਜਾਂਦੇ ਹਾਂ ਤੇ ਉਹਨਾਂ ਨੂੰ ਤੁਰੰਤ ਫੜ ਲੈਂਦੇ ਹਾਂ ਕਿ ਉਹ ਕਿੱਥੇ ਗਲਤ ਹਨ। ਪਰ ਸਤਿਗੁਰ ਬੜਾ ਦਇਆਵਾਨ ਹੈ, ਉਹ ਸਾਡੇ ਸਾਰਿਆਂ ਦੇ ਪਰਦੇ ਕੱਜਦਾ ਹੈ। ਅੱਜ ਆਪਣੇ ਮਨਾਂ ਵੱਲ ਘੋਕ ਕੇ ਦੇਖੀਏ, ਕਿੰਨੀਆਂ ਗਲਤੀਆਂ ਅਸੀਂ, ਕਿੰਨੇ ਪਾਪ, ਕਿੰਨੀਆਂ ਭੁੱਲਾਂ ਆਪਾਂ ਕਰਦੇ ਹਾਂ। ਉਹ ਬਖਸ਼ ਦਿੰਦਾ ਹੈ। ਤਾਂ ਇਹੋ ਜਿਹੇ ਸਿੱਖਾਂ ਨੂੰ, ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਨੇ ਉਹਨਾਂ ਗਲਤੀਆਂ ਨੂੰ, ਉਹਨਾਂ ਨਿੰਦਾ ਚੁਗਲੀ ਵਾਲੇ ਪਾਸੇ ਜਾਣ ਦੀ ਗਲਤੀ ਨਹੀਂ ਕੀਤੀ, ਉਹਨਾਂ ਨੂੰ ਅਸੀਂ ਧਿਆਉਂਦੇ ਹਾਂ। ਇੱਕ ਸੰਕਲਪ ਇੱਕ ਅਵਸਥਾ ਦਾ ਹੋਰ ਮਿਲਦਾ ਹੈ ਇਹਦੇ ਵਿੱਚ। ਇੱਕ ਤਾਂ ਅਸੀਂ ਕਹਿੰਦੇ ਹਾਂ ਕਿ ਖਿਮਾ ਕਰਨੀ, ਕਿ ਗਲਤੀਆਂ ਵੇਖਦੇ ਹਾਂ ਤੇ ਖਿਮਾ ਕਰਦੇ ਹਾਂ। ਜਦੋਂ ਅਸੀਂ ਨਿਆਂ ਵਾਲੀ ਪ੍ਰਣਾਲੀ ਦੇ ਵਿੱਚ ਚਲੇ ਜਾਂਦੇ ਹਾਂ, ਜਦੋਂ ਅਸੀਂ ਨਿਆਂ ਕਰਨ ਦੀ ਪ੍ਰਣਾਲੀ ਵਿੱਚ ਆਉਂਦੇ ਹਾਂ, ਤਾਂ ਖਿਮਾ ਦੀ ਪ੍ਰਣਾਲੀ ਸਾਡੇ ਤੋਂ ਦੂਰ ਹੋ ਜਾਂਦੀ ਹੈ। ਅਸੀਂ ਖਿਮਾ ਨਹੀਂ ਕਰ ਸਕਦੇ ਜਦੋਂ ਅਸੀਂ ਨਿਆਂ ਕਰਦੇ ਹਾਂ। ਨਿਆਂ ਦੀ ਅਵਸਥਾ ਪਹਿਲੀ ਅਵਸਥਾ ਹੈ। ਦੂਸਰੀ ਅਵਸਥਾ ਹੈ ਕਰੁਣਾ ਨਿਆਂ ਦੀ ਅਵਸਥਾ, ਜਿੱਥੇ ਅਸੀਂ ਨਿਆਂ ਤਾਂ ਕਰਦੇ ਹਾਂ ਪਰ ਨਾਲ ਦੀ ਨਾਲ ਅਵਸਥਾ ਹੈ। ਤੀਸਰੀ ਅਵਸਥਾ ਦੇ ਵਿੱਚ ਅਸੀਂ ਖਿਮਾ ਕਰਦੇ ਹਾਂ, ਮਾਫ ਕਰ ਦਿੰਦੇ ਹਾਂ ਗਲਤੀ ਕਰਨ ਵਾਲੇ ਨੂੰ। ਚੌਥੀ ਅਵਸਥਾ ਦੇ ਵਿੱਚ ਅਸੀਂ ਖਿਮਾ ਵੀ ਕਰਦੇ ਹਾਂ ਤੇ ਯਾਦ ਵੀ ਨਹੀਂ ਰੱਖਦੇ। ਇੱਕ ਬੜਾ ਉੱਚੀ ਅਵਸਥਾ ਹੈ, ਜਿਵੇਂ ਮਾਵਾਂ ਆਪਣੇ ਪੁੱਤਾਂ ਲਈ, ਬੇਟਿਆਂ ਲਈ, ਉਹਨਾਂ ਨੂੰ ਉਹਨਾਂ ਦੀਆਂ ਗਲਤੀਆਂ ਨੂੰ ਸਿਰਫ ਖਿਮਾ ਨਹੀਂ ਕਰਦੀ, ਉਹਨਾਂ ਨੂੰ ਭੁਲਾ ਵੀ ਦਿੰਦੀ ਹੈ, ਬਖਸ਼ ਦਿੰਦੀ ਹੈ ਤੇ ਭੁਲਾ ਵੀ ਦਿੰਦੀ ਹੈ। ਪਰ ਇਹਨਾਂ ਸਾਰੀਆਂ ਅਵਸਥਾਵਾਂ ਤੋਂ ਉੱਪਰ ਦੀ ਅਵਸਥਾ ਹੈ ਵੇਖ ਕੇ ਅਣਡਿੱਠ ਕਰਨਾ। ਕਿਹੋ ਜਿਹੀ ਸੁਚੱਜੀ, ਕਿਹੋ ਜਿਹੀ ਪਵਿੱਤਰ ਅਵਸਥਾ ਹੈ ਇਹ, ਤੇ ਕਿਹੋ ਜਿਹੇ ਉਹ ਗੁਰਸਿੱਖ ਹੋਣਗੇ ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ। ਸੱਚਮੁੱਚ ਹੀ ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਇਸ ਤੋਂ ਅਗਾਂਹ ਅਸੀਂ ਧਰਮ ਹੇਤ ਸੀਸ ਦਿੱਤੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ, ਉਹਨਾਂ ਨੂੰ ਯਾਦ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਤੋਂ ਆਪਣਾ ਵਾਰ ਦਿੱਤਾ। ਇੱਕ ਬੜੀ ਧਿਆਨ ਚ ਦੇਣ ਵਾਲੀ ਗੱਲ ਹੈ ਜੀ, ਕਿ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ, ਕਿਸੇ ਵਿਸ਼ੇਸ਼ ਸਿੱਖ ਸਿੰਘਣੀ ਦਾ ਨਾਮ ਅਸੀਂ ਨਹੀਂ ਲੈਂਦੇ, ਕਿਉਂਕਿ ਅਰਦਾਸ ਦੇ ਸੰਕਲਪ ਦੇ ਵਿੱਚ ਇਹ ਸਾਰੇ ਗੁਰਸਿੱਖ ਸਿੱਖੀ ਦੀ ਚੜ੍ਹਦੀ ਕਲਾ ਦਾ ਆਦਰਸ਼ ਨੇ।
ਜਿਹੜਾ ਵੀ ਗੁਰਸਿੱਖ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋ ਗਿਆ ਉਹ ਸਿੱਖੀ ਨੂੰ ਭਾਗ ਲਾ ਰਿਹਾ ਹੈ। ਅਸੀਂ ਇੰਡੀਵਿਜੂਅਲ ਕਿਸੇ ਦੀ ਮਹਾਨਤਾ ਦੀਆਂ ਗੱਲਾਂ ਨਹੀਂ ਕਰਦੇ, ਅਸੀਂ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ। ਇਸ ਕਰਕੇ ਜਿਹੜਾ ਵੀ ਇਸ ਸੰਕਲਪ ਦੇ ਵਿੱਚ ਪੂਰਾ ਉਤਰਿਆ ਹੈ ਉਹ ਹਰ ਗੁਰਸਿੱਖ ਨਮਸਕਾਰਤ ਹੈ ਸਾਡੇ ਲਈ। ਤੇ ਅਰਦਾਸ ਇੱਕ ਅਜਿਹਾ ਪਾਠ ਹੈ ਸਾਡੇ ਲਈ ਜਿਹੜਾ ਸਮੇਂ ਤੋਂ ਬਾਹਰ ਹੈ। ਕੋਈ ਅਜਿਹਾ ਸਿੱਖ ਜਿਹੜਾ ਅੱਜ ਇਸ ਅਰਦਾਸ ਦੇ ਵਿੱਚ ਖਰਾ ਉਤਰਦਾ ਹੈ, ਦੇਗ ਚਲਾਉਂਦਾ ਹੈ, ਤੇਗ ਵਾਹੁੰਦਾ ਹੈ, ਤਾਂ ਉਹ ਵੀ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋ ਜਾਵੇਗਾ। ਜਿਹੜਾ 18ਵੀਂ ਸਦੀ ਦੇ ਵਿੱਚ ਦੇਗ ਚਲਾਉਂਦਾ ਸੀ ਜਾਂ ਤੇਗ ਵਾਹੁੰਦਾ ਸੀ ਜਾਂ ਨਾਮ ਜਪਦਾ ਸੀ, ਉਹ ਵੀ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋ ਜਾਵੇਗਾ। ਕੈਸੀ ਖੂਬਸੂਰਤ ਅਰਦਾਸ ਸਾਨੂੰ ਬਖਸ਼ੀ ਗਈ ਹੈ ਜਿਹੜੀ ਸਮੇਂ ਤੋਂ ਬਾਹਰ ਹੈ। ਸੱਚੇ ਪਾਤਸ਼ਾਹ ਜੀ ਅੱਗੇ ਸ਼ੁਕਰਾਨਾ ਹੈ ਕਿ ਇਹੋ ਜਿਹੀ ਅਰਦਾਸ ਸਾਨੂੰ ਬਖਸ਼ਿਸ਼ ਕੀਤੀ ਗਈ ਹੈ। ਉਸ ਤੋਂ ਬਾਅਦ ਬੰਦ ਕਟਵਾਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ। ਅਸੀਂ ਜਾਣਦੇ ਹਾਂ ਉਹ ਕਿਹੜੇ ਸਿੰਘ ਹਨ, ਕਿਹੜੇ ਸਿੱਖ ਹਨ ਜਿਨ੍ਹਾਂ ਨੇ ਬੰਦ ਕਟਵਾਏ, ਜਾਂ ਕਿਹੜੇ ਸਿੱਖ ਹਨ ਜਿਨ੍ਹਾਂ ਖੋਪੜੀਆਂ ਉਤਰਵਾਈਆਂ, ਪਰ ਅਸੀਂ ਵਿਸ਼ੇਸ਼ ਉਹਨਾਂ ਦਾ ਨਾਮ ਨਹੀਂ ਦਿੰਦੇ, ਪਰ ਅਸੀਂ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦੇ ਹਾਂ। ਅੱਗੇ ਅਸੀਂ ਗੱਲ ਕਰਦੇ ਹਾਂ ਬੰਦ ਕਟਵਾਏ, ਖੋਪੜੀਆਂ ਉਤਾਰੀਆਂ, ਚਰਖੜੀਆਂ ਤੇ ਚੜੇ ਗਏ, ਆਰਿਆਂ ਨਾਲ ਚਰਾਏ ਗਏ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਅਸੀਂ ਵਾਪਸ ਵਾਹਿਗੁਰੂ ਨੂੰ ਹੀ ਸਿਮਰਦੇ ਹਾਂ, ਉਸ ਨੂੰ ਯਾਦ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਆਪਣੇ 5 ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ। ਮਾਫ ਕਰਨਾ। ਸਾਡੇ ਤਖਤ ਸਾਹਿਬਾਨ, ਸਾਡੇ 5 ਤਖਤ ਸਾਹਿਬਾਨ ਸਾਡੇ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਦੀਆਂ ਸ਼ਾਖਾਵਾਂ ਹਨ, ਜਿੱਥੇ ਗੁਰੂ ਸਾਹਿਬਾਨ ਸਾਨੂੰ ਧਾਰਮਿਕ ਦਿਸ਼ਾ ਨਿਰਦੇਸ਼ ਦਿੰਦੇ ਸਨ। ਉੱਥੇ ਸਿੱਖਾਂ ਨੂੰ ਰੋਜ਼ਮਨਾਰ ਦੇ ਜਿਹੜੇ ਜੀਵਨ ਦੇ ਫੈਸਲੇ ਹੁੰਦੇ ਸਨ ਉਹ ਆਪਣੇ ਤਖਤਾਂ ਦੇ ਉੱਪਰ ਉਹਨਾਂ ਦਾ ਨਿਬੇੜਾ ਕੀਤਾ ਜਾਂਦਾ ਸੀ। ਇਸ ਕਰਕੇ ਸਾਡੇ ਤਖਤ ਸਾਹਿਬਾਨ ਜੋ ਬਣੇ ਹੋਏ ਹਨ, ਅੱਜ ਪੰਜ ਸਾਡੇ ਤਖਤ ਬਣੇ ਹੋਏ ਹਨ, ਉਹ ਸਾਡੇ ਅੱਜ ਦੇ ਜਿਹੜੇ ਰੋਜ਼ਮਨਾਰ ਦੀ ਜ਼ਿੰਦਗੀ ਦੇ ਦਿਸ਼ਾ ਨਿਰਦੇਸ਼ ਹਨ, ਜਾਂ ਜਿਹੜੇ ਜੀਵਨ ਕਾਲ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਹਨ ਉਹਨਾਂ ਦੇ ਸਮਾਧਾਨ ਹਨ ਤੇ ਉਹਨਾਂ ਬਾਰੇ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਹਨ। ਅੱਗੇ ਗੁਰਦੁਆਰਾ ਸਾਹਿਬਾਨਾਂ ਨੂੰ ਅਸੀਂ ਧਿਆਉਂਦੇ ਹਾਂ। ਸਿੱਖੀ ਦਾ ਸਭ ਤੋਂ ਵੱਡਾ ਇੰਸਟੀਟਿਊਸ਼ਨ ਗੁਰਦੁਆਰਾ ਹੈ, ਜਿੱਥੇ ਬਾਣੀ ਦਾ ਸੰਕਲਪ ਹੈ, ਸਾਧ ਸੰਗਤ ਦਾ ਸੰਕਲਪ ਹੈ, ਕੀਰਤਨ ਦਾ ਸੰਕਲਪ ਹੈ। ਸਿਰਫ ਇਹੀ ਨਹੀਂ, ਜੇ ਅਸੀਂ ਪੁਰਾਤਨ ਇਤਿਹਾਸ ਵਿਚਾਰ ਕੇ ਦੇਖੀਏ ਤਾਂ ਸਿੱਖੀ ਸਾਡੇ ਮਾਰਸ਼ਲ ਆਰਟ ਦਾ ਵੀ ਸੰਕਲਪ ਹੈ, ਸਾਡੇ ਹਸਪੀਟਲਸ ਦਾ ਵੀ ਸੰਕਲਪ ਹੈ, ਸਾਡੀ ਐਜੂਕੇਸ਼ਨ ਦਾ ਵੀ ਸੰਕਲਪ ਹੈ। ਅਸੀਂ ਐਸੇ ਗੁਰਦੁਆਰਾ ਸਾਹਿਬਾਨਾਂ ਨੂੰ ਧਿਆਉਣਾ ਹੈ ਅਤੇ ਕੋਸ਼ਿਸ਼ ਵੀ ਕਰਨੀ ਹੈ ਕਿ ਅੱਜ ਦਾ ਸਾਡਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਇੱਕ ਕੰਪਲੀਟ ਇੰਸਟੀਟਿਊਸ਼ਨ ਬਣ ਸਕੇ। ਸਾਨੂੰ ਉਸ ਇੰਸਟੀਟਿਊਸ਼ਨ ਤੋਂ ਬਾਹਰ ਜਾ ਕੇ ਹੋਰ ਕਿਤੇ ਵੀ ਇਹ ਸਿੱਖਿਆ ਦੀ ਲੋੜ ਲੈਣ ਦੀ ਲੋੜ ਨਾ ਪਵੇ। ਕੰਪਲੀਟ ਜਿਹੜੀ ਪ੍ਰਣਾਲੀ ਹੈ ਉਸ ਇੱਕ ਇੰਸਟੀਟਿਊਸ਼ਨ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਦੇ ਵਿੱਚ ਪਹੁੰਚਦੇ ਹਾਂ। ਹੁਣ ਅਸੀਂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਤੋਂ ਸੰਕਲਪ ਇਹ ਲੈਂਦੇ ਹਾਂ ਕਿ ਹੁਣ ਅਸੀਂ ਖਾਲਸਾ ਪੰਥ ਦੇ ਨੁਮਾਇੰਦੇ ਬਣ ਕੇ, ਉਸ ਦੇ ਪ੍ਰਤੀਨਿਧ ਬਣ ਕੇ ਅਰਦਾਸ ਕਰ ਰਹੇ ਹਾਂ। ਹੁਣ ਅਸੀਂ ਜਿਹੜੀਆਂ ਵੀ ਮੰਗਾਂ ਮੰਗ ਰਹੇ ਹਾਂ ਜਾਂ ਜਿਹੜੀ ਵੀ ਅਰਦਾਸ ਕਰ ਰਹੇ ਹਾਂ ਉਹ ਇੱਕ ਸਮੂਹ ਦੇ ਲਈ ਕਰ ਰਹੇ ਹਾਂ। ਇਹ ਬੜਾ ਵੱਡਾ ਸੰਕਲਪ ਹੈ ਜੀ, ਇੱਕ ਬੜਾ ਵੱਡਾ ਭਾਈਚਾਰਕ ਸੰਕੇਤ ਹੈ। ਇੱਕ ਪਿਤਾ ਏਕਸ ਕੇ ਹਮ ਬਾਰਖ ਦਾ ਸੰਕਲਪ ਹੈ। ਜਦੋਂ ਅਸੀਂ ਇੱਕ ਪੂਰੇ ਗਰੁੱਪ ਦੀ ਇੱਕ ਪੂਰੇ ਪੰਥ ਲਈ ਆਪਾਂ ਦਾਤਾ ਤਾਂ ਅਸੀਂ ਇੱਕ ਭਾਈਚਾਰਾ ਹੋਣ ਦਾ ਸੰਕੇਤ ਦੇ ਰਹੇ ਹਾਂ। ਜਿਹੜੇ ਗੁਰਸਿੱਖ ਭਾਈ ਭੈਣ ਇਸ ਅਰਦਾਸ ਦੇ ਵਿੱਚ ਦਿਲੋਂ ਮਨੋਂ ਤਨੋਂ ਜੁੜ ਕੇ ਇਹਨਾਂ ਪੰਕਤੀਆਂ ਨੂੰ ਆਪਣੇ ਦਿਲਾਂ ਦੇ ਵਿੱਚ ਉਕਰਦੇ ਹਨ, ਇਹਨਾਂ ਨੂੰ ਜੀਵਦੇ ਹਨ, ਉਹਨਾਂ ਤੋਂ ਵੱਡਾ ਖਾਲਸਾ ਹੋਰ ਕੋਈ ਨਹੀਂ ਹੋ ਸਕਦਾ, ਕਿਉਂਕਿ ਉਹ ਸਮੁੱਚੇ ਤੌਰ ਤੇ ਖਾਲਸੇ ਦੇ ਪ੍ਰਤੀਨਿਧ ਹੋ ਕੇ ਅਕਾਲ ਪੁਰਖ ਦੇ ਅੱਗੋਂ ਅਰਦਾਸਾਂ ਦਾਤਾਂ ਮੰਗ ਰਹੇ ਹਨ। ਅਸੀਂ ਸਭ ਤੋਂ ਪਹਿਲੇ ਜਿਹੜੀ ਦਾਤ ਖਾਲਸੇ ਦੇ ਪ੍ਰਤੀਨਿਧ ਹੋ ਕੇ ਖਾਲਸੇ ਲਈ ਮੰਗਦੇ ਹਾਂ ਉਹ ਹੈ ਵਾਹਿਗੁਰੂ ਨਾਮ ਚਿਤ ਆਵੈ। ਅਸੀਂ ਸਰਬੱਤ ਖਾਲਸਾ ਜੀ ਲਈ ਵਾਹਿਗੁਰੂ ਨਾਮ ਚਿਤ ਆਵਣ ਦੀ ਅਰਦਾਸ ਮੰਗਦੇ ਹਾਂ। ਇਸ ਤੋਂ ਵੱਡੀ ਦਾਤ ਸ਼ਾਇਦ ਅਸੀਂ ਕਿਸੇ ਲਈ ਮੰਗ ਹੀ ਨਹੀਂ ਸਕਦੇ ਕਿ ਨਾਮ ਚਿਤ ਆਵੈ। ਤੇ ਨਾਲ ਹੀ ਨਾਲ ਸਿਮਰਨ ਦਾ ਅਭਿਆਸ ਵੀ ਕਰਾਉਂਦੇ ਹਾਂ, ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਦਾ ਸਿਮਰਨ ਕਰਕੇ। ਇਸ ਤੋਂ ਬਾਅਦ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਫਿਰ ਜਿੱਥੇ ਆਪਾਂ ਖਾਲਸੇ ਦੇ ਪ੍ਰਤੀਨਿਧ ਹੋ ਕੇ ਗੁਰੂ ਪਾਸੋਂ ਦਾਤਾ ਮੰਗ ਰਹੇ ਹਾਂ, ਤਾਂ ਅਸੀਂ ਖਾਲਸੇ, ਸਮੂਹ ਖਾਲਸੇ ਨੂੰ ਜਹਾਂ ਜਹਾਂ ਖਾਲਸਾ ਜੀ ਸਾਹਿਬ, ਉਹ ਦੇਸ਼ ਵਿੱਚ ਹੈ, ਵਿਦੇਸ਼ ਵਿੱਚ ਹੈ, ਅੱਜ ਕੋਈ ਕੈਨੇਡਾ, ਅਮਰੀਕਾ ਬੈਠਾ ਹੈ, ਕੋਈ ਭਾਰਤ ਵਿੱਚ ਹੀ ਕਿਤੇ ਹੋਰ ਬੈਠਾ ਹੋਇਆ ਹੈ, ਇਹ ਕੋਈ ਹੱਦ ਬੰਨਾ ਨਹੀਂ ਹੈ ਕਿ ਅਸੀਂ ਖਾਲਸਾ, ਕਿਸ ਖਾਲਸੇ ਦੀ ਗੱਲ ਕਰ ਰਹੇ ਹਾਂ। ਸਮੂਹ ਖਾਲਸਾ ਜਿਹੜਾ ਇਸ ਵਿਸ਼ਵ ਦੇ ਵਿੱਚ ਬਣਿਆ ਹੋਇਆ ਹੈ, ਅਸੀਂ ਉਸ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਉਹਨਾਂ ਦੀ ਰਚਿਆ ਰਿਆਇਤ ਦੀ ਅਰਦਾਸ ਕਰ ਰਹੇ ਹਾਂ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਅਰਦਾਸ ਦੇ ਵਿੱਚ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਮੰਗੀਆਂ ਗਈਆਂ ਹਨ, ਇੱਕ ਨਾਮ ਤੇ ਦੂਸਰਾ ਫਤਿਹ। ਦੇਗ ਤੇਗ ਫਤਿਹ ਵਿੱਚ ਅਸੀਂ ਖਾਲਸੇ ਦੀ ਦੇਗ ਤੇ ਤੇਗ ਦੇ ਸੰਕਲਪ ਦੇ ਫਤਿਹ ਲਈ ਅਰਦਾਸ ਕਰਦੇ ਹਾਂ। ਉਸ ਤੋਂ ਬਾਅਦ ਬਿਰਦ ਕੀ ਪੈਜ, ਜਿਹੜੀ ਬਚਨਬੱਧਤਾ ਦੀ ਸਿੱਖ ਦਾ ਸੰਕਲਪ ਹੈ, ਜਿਹੜਾ ਆਪਣੇ ਵਾਕਾਂ ਦੇ ਉੱਪਰ ਪੂਰੇ ਉਤਰਨ ਦਾ ਸੰਕਲਪ ਹੈ, ਉਸ ਦੀ ਪੈਜ ਰੱਖਣ ਲਈ ਪ੍ਰਮਾਤਮਾ ਅੱਗੇ, ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰ ਰਹੇ ਹਾਂ। ਤੇ ਇਹ ਸਭ ਕੁਝ ਅਸੀਂ ਕਿਉਂ ਕਰ ਰਹੇ ਹਾਂ? ਤਾਂ ਕਿ ਪੰਥ ਕੀ ਜੀਤ ਹੋ ਸਕੇ। ਇਹ ਸਾਰਾ ਜੋ ਦਾਤਾਂ ਅਸੀਂ ਮੰਗ ਰਹੇ ਹਾਂ, ਇਹ ਪੰਥ ਕੀ ਜੀਤ ਲਈ ਮੰਗ ਰਹੇ ਹਾਂ, ਇਹ ਵਾਹਿਗੁਰੂ ਜੀ ਕੀ ਫਤਿਹ ਲਈ ਮੰਗ ਰਹੇ ਹਾਂ। ਕਿਆ ਨਿਆਰਾ ਸੰਕਲਪ ਹੈ ਜੀ। ਜਦੋਂ ਤੱਕ ਇਸ ਸੰਕਲਪ ਦੇ ਵਿੱਚ ਯਕੀਨ ਨਹੀਂ ਹੋਏਗਾ ਕਿ ਫਤਿਹ, ਪੰਥ ਕੀ ਜੀਤ ਹੋਏਗੀ, ਉਦੋਂ ਤੱਕ ਫਤਿਹ ਹੋਣੀ ਵੀ ਮੁਸ਼ਕਿਲ ਹੈ। ਇਸ ਕਰਕੇ ਪੰਥ ਦੀ ਜੀਤ ਨੂੰ ਸਿਮਰ ਕੇ ਇਸ ਗੱਲ ਦਾ ਨਿਸ਼ਚਾ ਕਰ ਰਹੇ ਹਾਂ ਕਿ ਵਾਹਿਗੁਰੂ ਜੀ ਕੀ ਫਤਿਹ ਹੋਏਗੀ। ਪੰਥ ਕੀ ਜੀਤ, ਵਾਹਿਗੁਰੂ ਜੀ ਕੀ ਫਤਿਹ ਹੈ। ਕਿਉਂ? ਕਿਉਂਕਿ ਪੰਥ ਉਸ ਸਤਿਗੁਰੂ ਦਾ ਹੈ, ਜਿਸ ਨੇ ਗੁਰੂ ਪਹਿਲੇ ਜਿਸ ਨੂੰ ਸਾਡੇ ਨਾਲ ਗੁਰੂ ਨੇ ਮਿਲਾਇਆ ਹੈ। ਉਸ ਤੋਂ ਬਾਅਦ ਸ਼੍ਰੀ ਸਾਹਿਬ ਜੀ ਸਹਾਏ। ਹੁਣ ਅਸੀਂ ਅੱਗੇ ਆਪਣੀ ਸ਼੍ਰੀ ਸਾਹਿਬ ਜੀ ਸਹਾਏ ਦੀ ਜਿਹੜੀ ਪੰਕਤੀ ਹੈ, ਇਸ ਦੇ ਵਿੱਚ ਕਿਰਪਾਨ ਦੀ ਗੱਲ ਕਰ ਰਹੇ ਹਾਂ, ਜੋ ਕਿਰਪਾ ਆਨ ਹੈ, ਜੋ ਕਿਰਪਾ ਲਈ ਜਾਂ ਆਨ ਲਈ ਉੱਠਦੀ ਹੈ। ਤੇ ਸ਼੍ਰੀ ਸਾਹਿਬ ਜੀ ਸਹਾਏ ਸਿਰਫ ਬਾਹਰੀ ਤਾਕਤਾਂ ਲਈ ਨਹੀਂ ਉੱਠਦੀ, ਇਹ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲਈ ਵੀ ਉੱਠਦੀ ਹੈ। ਤੇ ਉਸੇ ਸਹਾਇਤਾ ਲਈ ਅਸੀਂ ਸਤਿਗੁਰੂ ਪਾਸੋਂ ਸ਼੍ਰੀ ਸਾਹਿਬ ਜੀ ਸਹਾਏ ਦੀ ਅਰਦਾਸ ਕਰ ਰਹੇ ਹਾਂ। ਉਸ ਤੋਂ ਅੱਗੇ ਖਾਲਸਾ ਜੀ ਦੇ ਬੋਲ ਬਾਲੇ, ਕਿ ਖਾਲਸਾ ਜੀ ਦੇ ਜੋ ਬੋਲ ਹਨ, ਜੋ ਚੜ੍ਹਦੀ ਕਲਾ ਦਾ ਰਵੱਈਆ ਹੈ, ਜੋ ਬੋਲ ਅਕਾਲ ਦੇ ਵਿੱਚ ਸੁਰਤ ਟਿਕਾ ਕੇ ਉਸ ਦੇ ਉੱਪਰ ਭਰੋਸਾ ਨਿਸ਼ਚਾ ਕਰਕੇ ਨਿਕਲਦੇ ਹਨ, ਉਹ ਬੋਲ ਬਾਲੇ ਰਹਿਣ। ਉਹਨਾਂ ਦੇ ਵਿੱਚ ਅਟਲਤਾ, ਉਹਨਾਂ ਦੇ ਵਿੱਚ ਭਰੋਸਾ, ਉਹਨਾਂ ਦੇ ਵਿੱਚ ਨਿਸਵਾਰਥ ਬਣਿਆ ਰਹੇ। ਉਸ ਤੋਂ ਬਾਅਦ ਅਸੀਂ ਮੰਗਣਾ ਕਰਦੇ ਹਾਂ, ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਮੰਗਦੇ ਹਾਂ। ਹੁਣ ਮੰਗਣ ਦੀ ਇੱਕ ਬੜੀ ਵੱਡੀ, ਕਹਿ ਲਓ ਵੀ, ਇੱਕ ਸਕਿੱਲ ਹੈ ਜੋ ਸਾਡੇ ਕੋਲ ਨਹੀਂ ਹੈ। ਅਸੀਂ ਨਹੀਂ ਜਾਣਦੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲੋਂ ਕਿਸ ਤਰ੍ਹਾਂ ਮੰਗਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਹਨ, ਦੇਣਦਾਰ ਹਨ, ਬਖਸ਼ਿੰਦ ਹਨ, ਸਾਨੂੰ ਬਹੁਤ ਸਾਰੀਆਂ ਨਿਆਮਤਾਂ ਬਖਸ਼ਦੇ ਹਨ, ਪਰ ਅਸੀਂ ਉੱਚੇ ਹਾਂ। ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਮੰਗਦੇ ਹਾਂ, ਸਾਨੂੰ ਮੰਗਣ ਦੀ ਵੀ ਜਾਚ ਨਹੀਂ। ਅਸੀਂ ਧਨ ਦੌਲਤ, ਪੈਸਾ, ਪੁੱਤ ਮੰਗਦੇ ਹਾਂ, ਇੱਜ਼ਤ ਪੱਤ ਮੰਗਦੇ ਹਾਂ, ਪਰ ਜਿਹੜੀ ਨਾਮ ਦੀ ਦਾਤ ਹੈ, ਉਹ ਅਸੀਂ ਨਹੀਂ ਮੰਗਦੇ ਸੱਚੇ ਪਾਤਸ਼ਾਹ ਜੀ ਕੋਲ। ਜਿਹੜੀ ਸਭ ਤੋਂ ਵੱਡੀ ਦਾਤ ਹੈ ਸੱਚੇ ਪਾਤਸ਼ਾਹ ਜੀ ਕੋਲ, ਉਹ ਅਸੀਂ ਛੋਟੀਆਂ ਦਾਤਾਂ ਲਈ ਸਬਸਟੀਟਿਊਟ ਕਰ ਦਿੰਦੇ ਹਾਂ, ਉਹ ਅਸੀਂ ਨਹੀਂ ਮੰਗਦੇ ਸੱਚੇ ਪਾਤਸ਼ਾਹ ਜੀ ਕੋਲ। ਸੋ ਅੱਗੇ ਸਿੱਖ ਨੂੰ ਆਦੇਸ਼ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਸਭ ਤੋਂ ਵੱਡਾ ਦਾਨ ਨਾਮ ਦਾਨ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਪਾਸ ਅਰਦਾਸ ਕਰਦੇ ਹਾਂ ਕਿ ਸਾਨੂੰ ਨਾਮ ਦਾਨ ਬਖਸ਼ੇ। ਹੁਣ ਇਹਦੇ ਵਿੱਚ ਮੈਂ ਇੱਕ ਵਿਵੇਕ ਦਾਨ ਬਾਰੇ ਜ਼ਰੂਰ ਆਪ ਜੀ ਨਾਲ ਗੱਲ ਕਰਨੀ ਚਾਹਾਂਗਾ। ਇੱਕ ਭੁਲੇਖਾ ਹੈ, ਇੱਕ ਡਿਫਰੈਂਸ਼ੀਏਸ਼ਨ ਹੈ ਵਿਵੇਕ ਦੀ ਬੁੱਧ ਦੇ ਨਾਲ। ਵਿਵੇਕ ਬੁੱਧ ਨਹੀਂ ਹੁੰਦੀ ਜੀ, ਬੁੱਧ ਵਿਵੇਕ ਨਹੀਂ ਹੁੰਦੀ। ਦੀ ਪ੍ਰੋਸੈਸਿੰਗ ਹੈ, ਬੁੱਧੀ ਕੰਪਿਊਟੇਸ਼ਨ ਹੈ। ਕੰਪਿਊਟੇਸ਼ਨ ਦੇ ਵਿੱਚ ਤੇ ਵਿਵੇਕ ਦੇ ਵਿੱਚ ਫਰਕ ਹੈ। ਕੋਈ ਵਿਦਵਾਨ ਹੋ ਸਕਦਾ ਹੈ, ਵਿਵੇਕੀ ਨਹੀਂ ਹੋ ਸਕਦਾ।
ਵਿਵੇਕ ਲਈ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਣੀ ਜ਼ਰੂਰੀ ਹੈ। ਵਿਦਵਾਨ ਹੋਣਾ ਕੋਈ ਬਖਸ਼ਿਸ਼ ਦਾ ਮੁਹਤਾਜ ਨਹੀਂ। ਵਿਦਵਾਨ ਅੱਜ ਕੱਲ ਬਹੁਤ ਨੇ, ਕੁਝ ਕਿਤਾਬਾਂ ਪੜ੍ਹ ਕੇ, ਕੁਝ ਐਕਸਪੈਰੀਮੈਂਟ ਕਰਕੇ ਬਣ ਜਾਂਦੇ ਨੇ, ਪਰ ਵਿਵੇਕੀ ਹੋਣ ਵਾਸਤੇ, ਵਿਵੇਕ ਹੋਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਣ ਦੀ, ਮਿਹਰ ਹੋਣ ਦੀ ਲੋੜ ਹੁੰਦੀ ਹੈ। ਇਸ ਕਰਕੇ ਵਿਵੇਕ ਦੇ ਦਾਨ ਨੂੰ ਬੁੱਧ ਨਾਲ ਮਿਸ ਇੰਟਰਪ੍ਰੀਟ ਨਹੀਂ ਕਰਨਾ ਚਾਹੀਦਾ ਜੀ। ਇਸ ਤੋਂ ਬਾਅਦ ਅਸੀਂ ਆਪਣੀਆਂ ਸਿੱਖ ਰਵਾਇਤਾਂ ਦੀ ਗੱਲ ਕਰਦੇ ਹਾਂ। ਅਸੀਂ ਚੌਂਕੀਆਂ, ਝੰਡਿਆਂ, ਬੁੰਗਿਆਂ ਦੀ ਗੱਲ ਕਰਦੇ ਹਾਂ, ਜਿਹੜੀਆਂ ਉਹ ਪ੍ਰਥਾਵਾਂ ਜਿਹੜੀਆਂ ਅੱਜ ਸਾਡੇ ਸਮਾਜ ਦੇ ਵਿੱਚੋਂ, ਸਾਡੀ ਸੰਸਕ੍ਰਿਤੀ ਵਿੱਚੋਂ, ਸਾਡੇ ਪੰਥ ਵਿੱਚੋਂ ਨਿਕਲਦੀਆਂ ਜਾ ਰਹੀਆਂ ਹਨ। ਚੌਂਕੀਆਂ, ਝੰਡੇ, ਬੁੰਗੇ। ਚੌਂਕੀਆਂ, ਚੌਂਕੀ ਦਾ ਅਰਥ ਹੁੰਦਾ ਹੈ ਪਹਿਰਾ, ਤੇ ਸਿੱਖ ਦੇ ਸੰਕਲਪ ਦੇ ਵਿੱਚ ਚੌਂਕੀ ਦਾ ਅਰਥ ਹੈ ਸ਼ਬਦ ਦਾ ਪਹਿਰਾ। ਅਸੀਂ ਬਾਹਰੀ ਤਾਕਤਾਂ ਦੇ ਵਿਰੁੱਧ ਤੇ ਅੰਦਰੀਆਂ ਤਾਕਤਾਂ ਦੇ ਵਿਰੁੱਧ ਸ਼ਬਦ ਦਾ ਹੀ ਪਹਿਰਾ ਦੇਣਾ ਹੈ। ਇਸ ਕਰਕੇ ਸਾਡੀਆਂ ਚੌਂਕੀਆਂ ਸਾਡਾ ਬੜਾ ਹੀ ਸੋਹਣਾ ਰਿਵਾਇਤੀ ਇੱਕ ਪਰੰਪਰਾ ਹੈ, ਜਿਸ ਨੂੰ ਅਸੀਂ ਦੁਬਾਰਾ ਅਰਦਾਸ ਦੇ ਵਿੱਚ ਜੀਵਿਤ ਕਰਦੇ ਹਾਂ, ਉਸ ਨੂੰ ਰੋਜ਼ ਚੇਤੇ ਕਰਦੇ ਹਾਂ। ਝੰਡਿਆਂ ਦਾ, ਨਿਸ਼ਾਨ ਸਾਹਿਬਾਂ ਦਾ, ਬੁੰਗਿਆਂ ਦਾ ਸੰਕਲਪ ਅਸੀਂ ਮੁੜ ਜੀਵਿਤ ਕਰਦੇ ਹਾਂ ਅਰਦਾਸ ਦੇ ਵਿੱਚ। ਉਸ ਤੋਂ ਬਾਅਦ ਧਰਮ ਕਾ ਜੈਕਾਰ ਹੈ, ਉਹ ਧਰਮ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਹਨ, ਸੰਤਾਂ ਮਾਨੋ ਦੂਤਾ ਡਾਨੋ ਏਕ ਤੁਵਾਰੀ ਮੇਰੀ, ਜਿਹਦੇ ਵਿੱਚ ਅਸੀਂ ਸੰਤਾਂ ਨੂੰ ਮੰਨਣਾ ਹੈ ਤੇ ਦੂਤਾਂ ਨੂੰ ਡਾਨਣਾ ਹੈ। ਉਸ ਧਰਮ ਦਾ ਜੈਕਾਰ ਦੀ ਗੱਲ ਕਰਦੇ ਹਾਂ। ਤੇ ਉਸ ਤੋਂ ਅੱਗੇ ਅਸੀਂ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਲਈ ਅਰਦਾਸ ਕਰਦੇ ਹਾਂ। ਇਸ ਦੇ ਵਿੱਚ ਅਸੀਂ ਸਿੱਖਾਂ, ਦੁਬਾਰਾ ਅਸੀਂ ਮੁੜ ਸਿੱਖਾਂ ਲਈ ਇਹ ਅਰਦਾਸ ਕਰ ਰਹੇ ਹਾਂ। ਸਿੱਖਾਂ ਦੇ ਪ੍ਰਤੀਨਿਧ ਬਣ ਕੇ ਸਮੂਹ ਸਿੱਖਾਂ ਲਈ ਅਸੀਂ ਅਰਦਾਸ ਕਰ ਰਹੇ ਹਾਂ। ਇਸ ਸੰਕਲਪ ਨੂੰ ਆਪਣੇ ਮਨਾਂ ਅੰਦਰ ਵਸਾਉਣਾ ਬੜਾ ਜ਼ਰੂਰੀ ਹੈ ਕਿ ਅਸੀਂ ਸਿੱਖਾਂ ਲਈ, ਸਿੱਖ ਜਗਤ ਲਈ ਇਸ ਅਰਦਾਸ ਨੂੰ ਕਰ ਰਹੇ ਹਾਂ। ਇਸ ਤੋਂ ਬਾਅਦ ਜਿਨ੍ਹਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਗੁਰਦੁਆਰਿਆਂ, ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਅਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਇਤਿਹਾਸਿਕ ਸਥਾਨਾਂ ਦੀ ਗੱਲ ਕਰ ਰਹੇ ਹਾਂ, ਜੋ ਪਾਰਟੀਸ਼ਨ ਤੋਂ ਬਾਅਦ 1947 ਤੋਂ ਬਾਅਦ ਪਾਕਿਸਤਾਨ ਦੇ ਵਿੱਚ ਰਹਿ ਗਏ ਸਨ, ਕਿ ਉਹਨਾਂ ਦੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਆ ਜਾਵੇ। ਹੁਣ ਇਸ ਤੋਂ ਬਾਅਦ ਕਲਾ ਵਾਹਿਗੁਰੂ ਜੀ ਵਰਤਾਉਂਦੇ ਹਨ, ਜਦੋਂ ਅਸੀਂ ਆਪਣੀ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਹਾਂ। ਹੁਣ ਜਦੋਂ ਅਸੀਂ ਆਪਣੀ ਅਰਦਾਸ ਕਰਦੇ ਹਾਂ, ਅਜਿਹਾ ਨਹੀਂ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨਹੀਂ ਜਾਣਦੇ ਕਿ ਅਸੀਂ ਕੀ ਮੰਗਣਾ ਚਾਹੁੰਦੇ ਹਾਂ। ਅਜਿਹਾ ਬਿਲਕੁਲ ਨਹੀਂ ਹੈ। ਅਜਿਹਾ ਹੋ ਵੀ ਕਿਸ ਤਰ੍ਹਾਂ ਸਕਦਾ ਹੈ? ਉਸ ਕਣ-ਕਣ ਵਿੱਚ ਰਮਿਆ ਹੈ, ਸਾਡੇ ਅੰਦਰ ਵੀ ਮੌਜੂਦ ਹੈ। ਪਰ ਅਸੀਂ ਅਰਦਾਸ ਸੱਚੇ ਪਾਤਸ਼ਾਹ ਦੀ ਨਾਲ ਜੁੜਨ ਲਈ ਕਰ ਰਹੇ ਹਾਂ। ਉਸ ਨੂੰ ਸਾਡੀ ਅਰਦਾਸ ਦੀ ਲੋੜ ਨਹੀਂ ਹੈ, ਸਾਨੂੰ ਅਰਦਾਸ ਕਰਨ ਦੀ ਲੋੜ ਹੈ ਉਸ ਅੱਗੇ, ਕਿ ਅਸੀਂ ਉਸ ਦੇ ਨਾਲ ਜੁੜ ਸਕੀਏ, ਅਸੀਂ ਉਸ ਦੇ ਨਾਲ ਜਿਹੜੀ ਦੂਰੀ ਹੈ ਘਟਾ ਸਕੀਏ, ਟੁੱਟੀ ਉਹਦੇ ਨਾਲ ਗੰਢ ਸਕੀਏ। ਇਹ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਲਾ, ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਗੰਢਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਨਾਨਕ ਨਾਮ, ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਸੰਕਲਪ ਸਿੱਖੀ ਦੇ ਵਿੱਚ ਬੜਾ ਹੀ ਨਿਰਾਲਾ ਹੈ, ਜਿਹਦੇ ਵਿੱਚ ਭਾਣੇ ਦਾ ਸੰਕਲਪ ਹੈ, ਰਜਾ ਦਾ ਸੰਕਲਪ ਹੈ। ਤੇ ਜਦੋਂ ਭਾਣਾ ਤੇ ਰਜਾ ਸਿੱਖ ਦਾ ਮੂਲ ਬਣ ਜਾਂਦੇ ਹਨ, ਫਿਰ ਦੁੱਖ ਤਕਲੀਫਾਂ ਨੇੜੇ ਨਹੀਂ ਆਉਂਦੀਆਂ। ਫਿਰ ਤੇਰਾ ਕੀਆ ਮੀਠਾ ਲਾਗੇ ਦਾ ਸੰਕਲਪ ਸਿੱਖੀ ਦੇ ਅੰਦਰ ਬੈਠ ਜਾਂਦਾ ਹੈ, ਤੇ ਫਿਰ ਦੁੱਖ ਤਕਲੀਫਾਂ ਨੂੰ ਸਿੱਖ ਕੁਝ ਨਹੀਂ ਸਮਝਦਾ, ਤੇ ਅੰਤ ਵਿੱਚ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਹੁਣ ਜਦੋਂ ਅਸੀਂ ਕਹਿੰਦੇ ਹਾਂ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਨਿਰਾਲਾ ਸੰਕਲਪ ਹੈ, ਕਿਉਂਕਿ ਭਾਣੇ ਦੇ ਵਿੱਚ ਸਰਬੱਤ ਦਾ ਭਲਾ ਮੰਗ ਰਹੇ ਹਾਂ, ਤੇ ਭਾਣੇ ਵਿੱਚ ਹੀ ਸਰਬੱਤ ਦਾ ਭਲਾ ਹੈ। ਪਰ ਸਰਬੱਤ ਦੇ ਭਲੇ ਨੂੰ ਦੇਖਣਾ ਅਲੱਗ-ਅਲੱਗ ਦੀ ਦ੍ਰਿਸ਼ਟੀ ਦੇ ਵਿੱਚ ਅਲੱਗ-ਅਲੱਗ ਹੈ। ਜਦੋਂ ਗੁਰੂ ਦਾ ਸਿੱਖ ਇਸ ਗੱਲ ਨੂੰ ਦੇਖਦਾ ਹੈ ਤਾਂ ਉਹ ਅਨੁਭਵ ਦੇ ਜ਼ਰੀਏ ਦੇਖਦਾ ਹੈ, ਪਰ ਜਿਹੜੇ ਗੁਰੂ ਦੇ ਨਜ਼ਰੀਏ ਤੋਂ ਇਸ ਨੂੰ ਨਹੀਂ ਦੇਖਦੇ, ਉਹਨਾਂ ਦੇ ਲਈ ਸਰਬੱਤ ਦਾ ਭਲਾ ਕੁਝ ਡਿਫਰੈਂਟ ਹੈ। ਉਹਨਾਂ ਦੇ ਲਈ ਕੁਝ ਅਨੈਤਿਕ ਇੱਛਾਵਾਂ ਵੀ ਸਰਬੱਤ ਦੇ ਭਲੇ ਦੇ ਵਿੱਚ ਆਉਂਦੀਆਂ ਹਨ। ਪਰ ਸਿੱਖ ਦੇ, ਗੁਰਸਿੱਖ ਦੇ ਨਜ਼ਰੀਏ ਦੇ ਵਿੱਚ, ਜੋ ਗੁਰੂ ਦੀ ਨਜ਼ਰ ਤੋਂ ਨਿਕਲਦਾ ਹੈ, ਉਹਦੇ ਵਿੱਚ ਕੋਈ ਵੀ ਅਨੈਤਿਕ ਇੱਛਾ ਸਰਬੱਤ ਦੇ ਭਲੇ ਦੇ ਵਿੱਚ ਨਹੀਂ ਆਉਂਦੀ। ਕੋਈ ਅਨੈਤਿਕ ਭਾਵਨਾ ਗੁਰੂ ਤੋਂ ਅਸੀਂ ਨਹੀਂ ਮੰਗ ਸਕਦੇ। ਸੋ ਇਹ ਸਾਡੀ ਅਰਦਾਸ ਦੀ ਵਿਚਾਰ ਸੀ।
ਹੁਣ ਇਹਦੇ ਨਾਲ ਹੀ ਮੈਂ ਸਮਾਪਤੀ ਕਰਨੀ ਹੈ, ਪਰ ਇਸ ਤੋਂ ਪਹਿਲੇ ਮੈਂ ਇੱਕ ਦੋ ਗੱਲਾਂ ਆਪ ਜੀ ਦੇ ਨਾਲ ਕਰਨੀਆਂ ਹਨ। ਸਾਡੇ ਅੱਜ ਦੇ ਜਿਸ ਜਨਰੇਸ਼ਨ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਹਾਂ, ਵਿਚਾਰਾਂ ਦਾ ਫਰਕ ਹੋ ਸਕਦਾ ਹੈ ਕਿ ਤੁਸੀਂ ਕੁਝ ਡਿਫਰੈਂਟ ਐਕਸਪੀਰੀਅੰਸ ਕਰੋ, ਮੈਂ ਕੁਝ ਡਿਫਰੈਂਟ ਐਕਸਪੀਰੀਅੰਸ ਕਰਾਂ। ਮੇਰੀ ਉਮਰ ਆਪ ਜੀ ਜਿਤਨੀ, ਜਿਹਦੇ ਬਹੁਤੇ ਆਪਣੇ ਜਿੰਨੇ ਮੈਂ ਗੁਰਸਿੱਖ ਵੀਰਾਂ ਨੂੰ ਦੇਖ ਪਾ ਰਿਹਾ ਹਾਂ, ਆਪ ਜਿੰਨੀ ਨਹੀਂ ਹੈ, ਪਰ ਅਸ਼ਰਧਾ ਦੀ ਜੋ ਇੱਕ ਘਾਣ ਇਸ ਸਮਾਜ ਦੇ ਵਿੱਚ ਵਧੀ ਹੋਈ ਹੈ, ਉਸ ਨੂੰ ਮੈਂ ਦੇਖ ਪਾ ਰਿਹਾ ਹਾਂ ਕਿ ਸਮਾਜ ਦੇ ਵਿੱਚ ਨਾਸਤਿਕਤਾ ਦਾ ਰੁਝਾਨ ਵਧਿਆ ਹੋਇਆ ਹੈ, ਸਮਾਜ ਦੇ ਵਿੱਚ ਅਸ਼ਰਧਾ ਵਧੀ ਹੋਈ ਹੈ, ਸਮਾਜ ਦੇ ਵਿੱਚ ਵਿਗਿਆਨੀ ਪੱਖ ਤੋਂ ਕਿਸੇ ਵੀ ਚੀਜ਼ ਨੂੰ ਘੋਖਣਾ ਵਧਿਆ ਹੋਇਆ ਹੈ। ਪਰ ਜਦੋਂ ਅਸੀਂ ਸ਼ਰਧਾ ਵਾਲੇ ਪਾਸਿਓਂ ਇਸ ਨੂੰ ਵੇਖਦੇ ਹਾਂ, ਵਿਚਾਰਦੇ ਹਾਂ, ਤਾਂ ਇਸ ਗੱਲ ਦਾ ਕਾਉਂਟਰਾ ਕਹਿ ਲਓ ਵੀ ਇਹਦਾ ਕਾਊਂਟਰ ਕੁਝ ਡਿਫਰੈਂਟ ਹੈ। ਉਹ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ, ਜਿੱਦਾਂ ਆਪਾਂ ਪਹਿਲੇ ਵਿਵੇਕ ਦੀ ਗੱਲ ਕੀਤੀ, ਜਦੋਂ ਅਸੀਂ ਬੁੱਧੀ ਦੇ ਪੱਖ ਤੋਂ ਅਨੁਭਵ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਇੱਕ ਹੋਛਾ ਯਤਨ ਹੈ। ਬੁੱਧੀ ਸੀਮਤ ਹੈ। ਬੁੱਧੀ ਅਸੀਮ ਨੂੰ ਆਪਣੀ ਸੀਮਤ ਜਹੀ ਸੋਚ ਦੇ ਵਿੱਚ ਕੈਦ ਨਹੀਂ ਕਰ ਸਕਦੀ। ਬੁੱਧੀ ਦੇ ਕੰਪਿਊਟੇਸ਼ਨਸ ਦੇ, ਮੈਂ ਬਾਰ-ਬਾਰ ਬੁੱਧੀ ਨੂੰ ਕੰਪਿਊਟੇਸ਼ਨਸ ਦੇ ਨਾਲ ਜੋੜ ਰਿਹਾ ਹਾਂ ਕਿਉਂਕਿ ਬੁੱਧੀ ਐਸੈਂਸ਼ੀਅਲੀ ਕੰਪਿਊਟੇਸ਼ਨਸ ਹੀ ਹਨ, ਇੱਕ ਸੁਪਰ ਕੰਪਿਊਟਰ ਹੀ ਹੈ ਔਰ ਉਸ ਤੋਂ ਜ਼ਿਆਦਾ ਕੁਝ ਨਹੀਂ ਹੈ। ਉਹ ਸਿਰਫ ਕੰਪਿਊਟੇਸ਼ਨਸ ਕਰ ਸਕਦੀ ਹੈ, ਉਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੀ। ਉਹ ਇਮੇਜਿਨ ਨਹੀਂ ਕਰ ਸਕਦੀ, ਉਹ ਅਹਿਸਾਸ ਨੂੰ ਜੀਵ ਨਹੀਂ ਸਕਦੀ। ਅਹਿਸਾਸ ਨੂੰ ਜਿਉਣਾ ਵਿਵੇਕ ਨਾਲ ਹੀ ਮੁਮਕਿਨ ਹੈ। ਜਦੋਂ ਤੱਕ ਵਿਵੇਕ ਨਹੀਂ ਹੈ ਤਾਂ ਅਹਿਸਾਸ ਨਹੀਂ ਹੈ, ਤੇ ਅਹਿਸਾਸ ਤੋਂ ਬਿਨਾ ਸਿੱਖੀ ਦਾ ਸੰਕਲਪ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਮੈਂ ਨਹੀਂ ਸਮਝਦਾ ਕਿ ਮੁਮਕਿਨ ਹੈ। ਇਸ ਕਰਕੇ ਇਹ ਉਸੇ ਤਰ੍ਹਾਂ ਦੀ ਗੱਲ ਹੈ ਕਿ ਕਿਸੇ ਅੰਨੇ ਨੂੰ ਇਹ ਯਕੀਨ ਦਿਵਾਉਣਾ ਕਿ ਰੰਗ ਹੈਗੇ ਹਨ, ਰੰਗ ਹਨ। ਉਹ ਤੁਹਾਡੀ ਗੱਲ ਸੁਣ ਲਏਗਾ, ਮੰਨ ਵੀ ਲਏਗਾ, ਹੋ ਸਕਦਾ ਹੈ ਕਿ ਸਾਰੇ ਬੋਲ ਰਹੇ ਹਨ, ਚਲੋ ਮੈਂ ਮੰਨ ਲੈਣਾ ਹਨ ਰੰਗ ਹੈ, ਪਰ ਉਹ ਯਕੀਨ ਨਹੀਂ ਕਰ ਸਕਦਾ ਕਿਉਂਕਿ ਉਸਨੇ ਦੇਖਿਆ ਨਹੀਂ ਹੈ। ਬੁੱਧੀ ਨੂੰ ਅਹਿਸਾਸ ਦਾ ਮਾਰਗ ਸਮਝਾਉਣਾ ਇਸੇ ਤਰ੍ਹਾਂ ਦਾ ਹੈ। ਅਸੀਂ ਅਹਿਸਾਸ ਨਹੀਂ ਕਰਵਾ ਸਕਦੇ, ਇਸ ਕਰਕੇ ਕੰਪਿਊਟੇਸ਼ਨਸ ਲਿਮਿਟਡ ਹਨ, ਸੁਪਰ ਕੰਪਿਊਟਰ ਵੀ ਲਿਮਿਟਡ ਹਨ, ਇਮੇਜਿਨ ਨਹੀਂ ਕਰ ਸਕਦੇ। ਇਸ ਕਰਕੇ ਇਹ ਸਿੱਖੀ ਦੇ ਲਈ ਵੀ ਤੇ ਆਸਤਿਕਤਾ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਚੈਲੰਜ ਬਣ ਵੀ ਗਿਆ ਹੈ ਤੇ ਬਣਦਾ ਵੀ ਜਾ ਰਿਹਾ ਹੈ। ਤੇ ਕੌਮੀ ਵਿਦਵਾਨਾਂ ਨੂੰ, ਵਿਵੇਕ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਪ ਜ਼ਰੂਰ ਕੌਮ ਦੇ ਸਾਹਮਣੇ ਅਜਿਹੇ ਵਸੀਲੇ ਲੈ ਕੇ ਆਓ ਕਿ ਵਿਵੇਕ ਦੇ ਰਾਹ ਵੱਲ ਨੂੰ ਕੌਮ ਤੁਰੇ, ਬੁੱਧੀ ਦੇ ਰਾਹ ਵੱਲ ਨੂੰ ਨਹੀਂ, ਕੰਪਿਊਟੇਸ਼ਨਾਂ ਦੇ ਰਾਹ ਵੱਲ ਨੂੰ ਨਹੀਂ, ਅਹਿਸਾਸ ਦੇ ਰਾਹ ਵੱਲ ਨੂੰ, ਅਨੁਭਵ ਦੇ ਰਾਹ ਵੱਲ ਨੂੰ ਕੌਮ ਤੁਰ ਸਕੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਹੀ ਅਰਦਾਸਾਂ ਹਨ, ਇਹੀ ਬੇਨਤੀਆਂ ਹਨ। ਮੈਂ ਬਹੁਤ ਭੁੱਲਾਂ ਕੀਤੀਆਂ ਹੋਣਗੀਆਂ ਜੀ, ਇੰਨੀ ਬਹੁਤ ਵੱਡਾ ਵਿਸ਼ਾ ਸੀ ਇਹ, ਤੇ ਮੈਂ ਇੰਨੇ ਲਾਇਕ ਨਹੀਂ ਕਿ ਐਡਾ ਵੱਡਾ ਵਿਸ਼ਾ ਨਿਭਾ ਸਕਾਂ। ਤੇ ਆਪ ਜੀ ਬਖਸ਼ਣ ਦਿਓ, ਬਖਸ਼ ਲੈਣਾ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਧੰਨਵਾਦ।